पंजाबी नैशनल टीवी ते विचार चर्चा प्रोग्राम च आप सब दर्शकों का स्वागत करते हैं। जी आया आखते हैं, सत श्री अकाल कहने हैं। विचार चर्चा प्रोग्राम च काफ़ी विचारों ते चर्चा होंदी है, पर चर्चा इकल्लियां तां नहीं हो सकती। सो इस करके विचार दे नाल नाल चर्चा करनी है तो फिर माहिर मेहमान की लोड़ है। सो हर वार की तरह इस बार भी साडे नाल माहिर मेहमान मौजूद ने। अवतार सिंह शेरगिल जी, उन्हां दा स्वागत करते हैं। अवतार सिंह शेरगिल जी, तुहाडा बहुत बहुत स्वागत, तुहानूं जी आया आखते हैं। शुक्रिया जी। अवतार जी, अज दे प्रोग्राम च किसानी मुद्दा है साडे कोल जी। किसानी संघर्ष मग्गिया पिया है, कित्थे की कुछ हो रहा है ਉਹਦੀ ਗੱਲ ਕਰਾਂਗੇ। ਉਸ ਤੋਂ ਇਲਾਵਾ ਕਰੋਨਾ ਦੀ ਇੱਕ ਨਵੀਂ ਲਹਿਰ ਕਹਿੰਦੇ ਆ ਕਿ ਨਵਾਂ ਵਾਇਰਸ ਦੇ ਰੂਪ 'ਚ ਫਿਰ ਤੋਂ ਐਕਟਿਵ ਹੋ ਗਿਆ, ਉਹਦੇ ਬਾਰੇ ਗੱਲ ਹੋਏਗੀ। ਤੇ ਡੀਡੀਸੀ ਚੋਣਾਂ ਜਿਹੜੀਆਂ ਜੰਮੂ ਕਸ਼ਮੀਰ 'ਚ ਹੋਈਆਂ ਨੇ ਉਹਦੇ ਬਾਰੇ ਗੱਲ ਹੋਏਗੀ। ਪਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਅਸੀਂ ਕਿਸਾਨ ਦਿਵਸ ਮਨਾਇਆ ਹੈ ਤੇ ਕਿਸਾਨ ਦਿਵਸ ਦਾ ਅੱਜ ਦੇ ਕਿਸਾਨੀ ਸੰਘਰਸ਼ ਦੇ ਸੰਦਰਭ 'ਚ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ, ਕਿਸਾਨ ਦਿਵਸ ਉਸ ਕਿਸਾਨ ਲਈ ਹੀ ਮਨਾਇਆ ਜਾਂਦਾ ਜਿਹੜਾ ਕਿ ਦੇਸ਼ ਦਾ ਢਿੱਡ ਭਰਦਾ ਆਇਆ, ਇੰਨੇ ਚਿਰ ਤੋਂ ਢਿੱਡ ਭਰਦਾ ਰਿਹਾ ਆ, ਭਰਦਾ ਪਿਆ ਆ, ਆਉਂਦੇ ਸਮੇਂ 'ਤੇ ਵੀ ਭਰਦਾ ਰਹੂਗਾ। ਕਿਉਂਕਿ ਉਹ ਨਫਾ ਨੁਕਸਾਨ ਨਹੀਂ ਕਦੀ ਵੀ ਕਿਸਾਨ ਨੇ ਦੇਖਿਆ ਵੀ ਮੈਨੂੰ ਕੋਈ ਨਫਾ ਇਹ 'ਚ ਹੋਣਾ ਕਿ ਨੁਕਸਾਨ ਹੋਣਾ। ਜਦੋਂ ਕੋਈ ਕਿਸਾਨ ਫਸਲ ਬੀਜ ਦਿੰਦਾ ਨਾ, ਉਹਦੀ ਉਹ 6 ਮਹੀਨੇ ਤੱਕ ਉਹਦੀ ਜਿੰਨਾ ਚਿਰ ਪੱਕਦੀ ਨਹੀਂ ਪੂਰੀ ਸੇਵਾ ਕਰਦਾ। ਹਾਲਾਂਕਿ ਉਹਨੂੰ ਕੁਛ ਨਹੀਂ ਪਤਾ ਹੁੰਦਾ ਵੀ ਮਹੀਨੇ ਬਾਅਦ 2 ਮਹੀਨੇ ਬਾਅਦ ਕੋਈ ਕੁਦਰਤੀ ਆਫਤ ਆ ਜਾਣੀ ਆ, ਕੋਈ ਮੀਂਹ ਪੈ ਜਾਣਾ ਇੰਨੇ ਜ਼ੋਰ ਨਾਲ, ਜਾਂ ਐਨ ਪੈ ਜਾਣੀ ਆ, ਗੜੇ ਪੈ ਜਾਣੇ ਤਾਂ ਮੇਰੀ ਫਸਲ ਨੁਕਸਾਨੀ ਜਾਣੀ ਆ। ਫਿਰ ਵੀ ਉਹਦੀ ਪੂਰੀ ਜੀ ਜਾਨ ਲਾ ਕੇ ਮਿਹਨਤ ਕਰਦਾ, ਉਸ ਨੂੰ ਸਮਰਪਿਤ ਹੀ ਹੈ ਇਹ ਕਿਸਾਨ ਦਿਵਸ। ਥੋੜ੍ਹੀ ਜਿਹੀ ਇਹਦੇ ਬਾਰੇ ਮੈਂ ਜਾਣਕਾਰੀ ਦੇਣਾ ਚਾਹਾਂਗਾ ਵੀ ਚੌਧਰੀ ਚਰਨ ਸਿੰਘ ਬਹੁਤ ਵੱਡਾ ਨਾਂ ਸੀਗਾ ਭਾਰਤ ਦੀ ਸਿਆਸਤ ਦੇ ਵਿੱਚ, ਜਿਹੜੇ ਕਿ ਭਾਵੇਂ 1 ਸਾਲ ਲਈ ਹੀ ਪ੍ਰਧਾਨ ਮੰਤਰੀ ਰਹੇ 1979 ਤੇ 80 ਦੇ ਵਿੱਚ, ਪਰ ਜਿਹੜੀ ਛਾਪ ਉਹਨਾਂ ਨੇ ਖੇਤੀ ਸੁਧਾਰਾਂ ਦੇ ਵਿੱਚ ਔਰ ਖੇਤੀ ਸੈਕਟਰਾਂ 'ਚ ਛੱਡੀ ਆ, ਉਹ ਅੱਜ ਤੱਕ ਵੀ ਇਸ ਸੰਦਰਭ 'ਚ ਲੈ ਲਈਏ, ਸੰਘਰਸ਼ ਦੇ ਵਿੱਚ ਲੈ ਲਈਏ, ਸਰਕਾਰਾਂ ਉਹਨਾਂ ਤੋਂ ਸੇਧ ਲੈਂਦੀਆਂ ਨੇ। 2 ਵਾਰ ਉਹ ਯੂਪੀ ਦੇ ਮੁੱਖ ਮੰਤਰੀ ਵੀ ਰਹੇ ਆ ਔਰ ਖੇਤੀਬਾੜੀ ਮੰਤਰੀ ਵੀ ਰਹੇ ਆ। ਜਿਹੜਾ ਉਹਨਾਂ ਜ਼ਮੀਨਦਾਰੀ ਸਿਸਟਮ ਸੀਗਾ ਜਿਹੜਾ ਤੋੜਨਾ ਖਤਮ ਕੀਤਾ, ਉਹ ਪੂਰਾ ਦਾ ਪੂਰਾ ਸਿਹਰਾ ਚੌਧਰੀ ਚਰਨ ਸਿੰਘ ਨੂੰ ਜਾਂਦਾ। ਦੇਖੋ, ਉਸ ਵੇਲੇ ਤਾਂ ਜਿਹੜੇ ਸਿਆਸਤ ਵਾਲੇ ਸੀਗੇ ਉਹ ਇਸ ਆਗੂ ਨੂੰ ਕਿਸਾਨੀ ਨੇਤਾ ਮੰਨਣ ਨੂੰ ਤਿਆਰ ਨਹੀਂ ਸੀ, ਪਰ ਹੁਣ ਜਦੋਂ 2001 ਦੇ ਵਿੱਚ ਸਰਕਾਰ ਉਦੋਂ ਦੀ ਜਦੋਂ ਸੀ ਮੌਜੂਦਾ ਸਰਕਾਰ ਸੀ, ਉਹਨਾਂ ਨੇ ਇਹਨਾਂ ਦੇ ਜਿਹੜਾ ਜਨਮ ਦਿਨ ਸੀ 23 ਦਸੰਬਰ ਦਾ 1902 ਨੂੰ ਇਹਨਾਂ ਦਾ ਜਨਮ ਹੋਇਆ ਸੀ, ਉਸ ਦਿਨ ਨੂੰ ਇਹਨਾਂ ਨੇ ਕਿਸਾਨੀ ਦਿਵਸ ਵਜੋਂ ਮਨਾਉਣ ਦਾ ਪੂਰਾ ਐਲਾਨ ਕਰਤਾ ਸੀਗਾ। ਉਦੋਂ ਹੁੰਦਾ ਅਮੂਮਨ ਕੀ ਆ ਵੀ ਇਸ ਦਿਵਸ ਨੂੰ ਪੂਰੇ ਦੇਸ਼ ਵਿੱਚ ਲੋਕਾਂ ਵਿੱਚ ਇਸ ਗੱਲ ਦੀ ਜਾਗਰੂਕਤਾ ਫੈਲਾਈ ਜਾਂਦੀ ਆ ਵੀ ਜਿਹੜਾ ਕਿਸਾਨ ਆ ਉਹਦਾ ਸਾਡੇ ਅਰਥਚਾਰੇ ਦੇ ਵਿੱਚ ਕੀ ਭੂਮਿਕਾ ਆ, ਕੀ ਉਹਦਾ ਯੋਗਦਾਨ ਹੈ। ਮਤਲਬ ਵਿਚਾਰ ਚਰਚਾਵਾਂ ਹੁੰਦੀਆਂ ਨੇ, ਸੈਮੀਨਾਰ ਲਾਏ ਜਾਂਦੇ ਨੇ। ਬਿਲਕੁਲ ਜੀ, ਪੂਰੇ ਦੇਸ਼ 'ਚ ਦੱਸਿਆ ਜਾਂਦਾ ਹੈ ਵੀ ਸਾਡਾ ਜਿਹੜਾ ਕਿਸਾਨ ਆ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਆਰਥਿਕਤਾ ਦੀ ਰੀੜ੍ਹ ਦੀ ਹੱਡੀ ਆ, ਉਹਦਾ ਸਾਡੇ ਯੋਗਦਾਨ ਕੀ ਆ, ਉਹਦੀ ਭੂਮਿਕਾ ਕੀ ਨਿਭਾ ਰਿਹਾ ਹੈ। ਹੁਣ ਦੇ ਸੰਦਰਭ 'ਚ ਬਿਲਕੁਲ ਉਲਟਿਆ। ਹੁਣ ਉਹੀ ਕਿਸਾਨ ਜਿਹਦੀ ਵਾਹ ਹੋਣੀ ਚਾਹੀਦੀ ਸੀਗੀ, ਉਹ ਸੜਕਾਂ ਤੇ ਬੈਠਾ ਕੜਾਕੇ ਦੀ ਠੰਡ 'ਚ ਆਪਣੇ ਖੁੱਲ੍ਹੇ ਅਸਮਾਨ ਹੇਠ ਸੌਂ ਰਿਹਾ, ਬਹਿ ਰਿਹਾ, ਰਹਿ ਰਿਹਾ। ਤੇ ਇਸ ਤੋਂ ਵੀ ਅੱਗੇ ਗੱਲ, ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਉਹ ਹੁਣ ਭੁੱਖ ਹੜਤਾਲਾਂ ਕਰਨ ਡਿਆ। ਈਵਨ ਕਿ ਕਿਸਾਨ ਦਿਵਸ ਵਾਲੇ ਦਿਨ ਵੀ ਉਹਨਾਂ ਨੇ ਦੁਪਹਿਰ ਦਾ ਖਾਣਾ ਤਿਆਗਿਆ ਔਰ ਭੁੱਖੇ ਰਹਿ ਕੇ ਲੰਘਾਇਆ, ਇਹ ਦੱਸਣ ਲਈ ਵੀ ਸਾਡੀਆਂ ਜਿਹੜੀਆਂ ਮੰਗਾਂ ਆ ਤੁਸੀਂ ਉਹਦੇ ਬਾਰੇ ਗੌਰ ਨਹੀਂ ਕਰ ਰਹੇ। ਸਾਡਾ ਇਹ ਮਕਸਦ ਨਹੀਂ ਹੈਗਾ ਵੀ ਅਸੀਂ ਭੁੱਖ ਹੜਤਾਲ ਕਰਕੇ ਜਾਂ ਕੁਛ ਦਿਖਾਵਾ ਕਰਦੇ ਜਾਂ ਕੁਛ, ਇਹ ਸਰਕਾਰ ਨੂੰ ਇੱਕ ਸੰਦੇਸ਼ ਦੇਣਾ ਹੈ ਵੀ ਜੇ ਅਸੀਂ ਢਿੱਡ ਭਰ ਸਕਦੇ ਹਾਂ ਤਾਂ ਅਸੀਂ ਭੁੱਖੇ ਰਹਿ ਕੇ ਸਾਡਾ ਜਿਹੜਾ ਅੰਦੋਲਨ ਹੈ ਉਹ ਸ਼ਾਂਤਮਈ ਤਰੀਕੇ ਨਾਲ ਭੁੱਖ ਹੜਤਾਲਾਂ ਕਰਕੇ ਵੀ ਤੇ ਔਰ ਇੱਕ ਟਾਈਮ ਦਾ ਅੰਨ ਤਿਆਗ ਕੇ ਵੀ ਕਰ ਸਕਦੇ ਆ। ਕਹਿਣ ਤੋਂ ਭਾਵੇਂ ਕਿ ਕਿਸਾਨੀ ਇਹ ਕਹਿਣਾ ਚਾਹੁੰਦੀ, ਪੂਰਾ ਕਿਸਾਨ ਦਲ ਕੇ ਕਹਿਣਾ ਚਾਹੁੰਦਾ ਹੈ ਕਿ ਜੋ ਕੁਝ ਮਰਜ਼ੀ ਹੋਏ, ਬਿਲਕੁਲ ਜੀ, ਪਰ ਜਿਹੜਾ ਕਿਸਾਨੀ ਅੰਦੋਲਨ ਨੂੰ ਜਿਹੜੀ ਸਰਕਾਰ ਹਲਕੇ 'ਚ ਲੈ ਰਹੀ ਹੈ ਨਾ, ਇਹ ਉਹਦੇ ਲਈ ਕੋਰਾ ਜਵਾਬ ਹੈ ਕਿ ਹਾਲਾਤ ਜਿਹੋ ਜਿਹੇ ਮਰਜ਼ੀ ਹੋ ਜਾਣ, ਪਰ ਅਸੀਂ ਆਪਣੇ ਹੱਕੀ ਮੰਗਾਂ ਲਈ ਹਮੇਸ਼ਾ ਮੈਦਾਨ ਵਿੱਚ ਡਟੇ ਰਹਾਂਗੇ, ਉਹ ਵੀ ਸ਼ਾਂਤਮਈ ਤਰੀਕੇ ਨਾਲ। ਇਹ ਹੁਣ ਤੱਕ ਜਿਹੜਾ ਵੀ ਰਿਹਾ ਸ਼ਾਂਤਮਈ ਰਿਹਾ। ਉਹ ਕਿਸਾਨ ਦਿਵਸ ਨੂੰ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ 2 ਲੈਵਲ ਤੇ ਮਨਾਇਆ ਗਿਆ। ਸਰਕਾਰ ਨੇ ਵੀ ਮਨਾਇਆ, ਇਹ ਨਹੀਂ ਵੀ ਸਰਕਾਰ ਨਹੀਂ ਮਨਾਈ। ਪ੍ਰਧਾਨ ਮੰਤਰੀ ਸਾਹਿਬ ਨੇ ਟਵੀਟ ਕੀਤਾ, ਰਾਜਨਾਥ ਸਿੰਘ ਜਿਹੜੇ ਸੁਰੱਖਿਆ ਮੰਤਰੀ ਉਹਨਾਂ ਨੇ ਵੀ ਟਵੀਟ ਕੀਤਾ, ਖੇਤੀਬਾੜੀ ਮੰਤਰੀ ਨੇ ਵੀ ਟਵੀਟ ਕੀਤਾ, ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪਰ ਇਹ ਮੇਰੇ ਨਜ਼ਰੀਏ 'ਚ ਇਹ ਆ ਵੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਨਹੀਂ ਹੁੰਦੀ
ਵੀ ਕੱਲ ਦੇ ਦਿਨ ਹੀ ਕੁਛ ਨਾ ਕੁਛ ਐਲਾਨ ਕਰ ਦਿੰਦੇ, ਕਿਸਾਨਾਂ ਨੂੰ ਕਹਿੰਦੇ ਭਾਈ ਤੁਸੀਂ 1 ਮਹੀਨਾ ਹੋ ਗਿਆ ਤੁਹਾਨੂੰ ਠੰਡ 'ਚ ਰੁਲਦਿਆਂ ਨੂੰ, ਵੀ ਤੁਸੀਂ ਆਪੋ ਆਪਣੇ ਘਰ ਆ ਜਾਓ, ਤੁਹਾਡੀਆਂ ਮੰਗਾਂ ਮੰਨੀਆਂ ਗਈਆਂ। ਪਰ ਉਧਰ ਕੋਈ ਧਿਆਨ ਨਹੀਂ ਸਰਕਾਰ ਦਾ, ਗੰਭੀਰ ਹੈ ਹੀ ਨਹੀਂ ਬਿਲਕੁਲ ਵੀ। ਠੀਕ ਆ, ਕਿਸਾਨਾਂ ਲਈ ਉਹ ਆਏ ਦਿਨ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦੀ ਰਹਿੰਦੀ ਹੈ ਵੀ ਜਿਹਨੂੰ ਲੱਗੇ ਵੀ ਅਸੀਂ ਕਿਸਾਨ ਹਿਤੈਸ਼ੀ ਹੈਗੇ ਆ। ਸੋ ਇਹ ਦਿਖਾਵਾ ਕਰਨ ਦੀ ਬਜਾਏ ਜੇ ਉਹ ਸੱਚਮੁੱਚ ਹੀ ਅਮਲ ਦੇ ਵਿੱਚ ਕਿਸਾਨ ਹਿਤੈਸ਼ੀ ਬਣ ਤਾਂ ਫਿਰ ਜੇ ਉਹਨਾਂ ਦੀਆਂ ਮੰਗਾਂ ਉਹ ਮੰਨ ਲੈਣ ਤਾਂ ਉਹ ਕਿਹਦਾ ਜੀ ਕਰਦਾ ਜੇ ਘਰ-ਬਾਰ ਛੱਡ ਕੇ ਇਹੋ ਜਿਹੀ ਠੰਡ ਦੇ ਵਿੱਚ ਰਜਾਈਆਂ ਦੀ ਬੁੱਕਲ ਛੱਡ ਕੇ ਉੱਥੇ ਸੜਕਾਂ ਦੇ ਉੱਤੇ ਰੁਲਦੇ ਪਏ। ਰੁਲਣਾ ਹੀ ਕਹਿ ਹੁੰਦਾ ਆਪਾਂ ਉਹਨਾਂ ਤੋਂ, ਵੈਸੇ ਤਾਂ ਉਹਨਾਂ ਦਾ ਅੰਦੋਲਨ ਆ, ਪਰ ਆਪਾਂ ਜਦੋਂ ਉਹਨੂੰ ਰੁਲਣਾ ਤਾਂ ਕਹਿੰਦੇ ਆ ਵੀ ਖੱਜਲ ਖੁਆਰ ਹੋ ਰਿਹਾ, ਬਿਲਕੁਲ, ਕਿਉਂਕਿ ਉਹ ਆਪਣੇ ਅਧਿਕਾਰਾਂ ਲਈ ਲੜ ਰਿਹਾ, ਨਾ ਕਿ ਕਿਸੇ ਤੋਂ ਕੁਝ ਮੰਗ ਰਿਹਾ, ਭੀਖ ਨਹੀਂ ਮੰਗ ਰਿਹਾ। ਉਹਨਾਂ ਦਾ ਵੀ ਬਾਰ-ਬਾਰ ਇਹ ਕਹਿਣਾ ਵੀ ਅਸੀਂ ਭੀਖ ਨਹੀਂ ਮੰਗ ਰਹੇ, ਜੋ ਸਾਡਾ ਹੱਕ ਸੀਗਾ ਇੰਨੇ ਚਿਰ ਦਾ ਚੱਲਿਆ ਆ ਰਿਹਾ ਤੁਸੀਂ ਉਹ ਖੋਹ ਰਹੇ ਆ, ਅਸੀਂ ਉਹਨੂੰ ਬਹਾਲ ਕਰਾਉਣਾ, ਸਾਡਾ ਇਹ ਆਪਣਾ ਹੱਕ ਆ, ਅਸੀਂ ਲੈਣ ਨੂੰ ਆਏ ਆ। ਤੁਸੀਂ ਪਹਿਲਾਂ ਪੰਜਾਬ 'ਚ 2.5-3 ਮਹੀਨੇ ਰੱਖੇ ਰਿਹਾ, ਅੰਦੋਲਨ ਚੱਲਦਾ ਰਿਹਾ, ਉਦੋਂ ਸਰਕਾਰ ਗੰਭੀਰ ਨਹੀਂ ਸੀਗੀ। ਜੇ ਹੁਣ ਇਸ ਤਰੀਕੇ ਨਾਲ ਗੰਭੀਰ ਮਾੜੀ ਮੋਟੀ ਹੋਈ ਵੀ ਆ, 5-6 ਦੌਰ ਗੱਲਬਾਤਾਂ ਦੇ ਚੱਲੇ ਵੀ ਆ, ਪਰ ਉਹਦੇ ਵਿੱਚ ਗੰਭੀਰਤਾ ਕਿਤੇ ਦਿਸੀ ਨਹੀਂ, ਟਸ ਤੋਂ ਮਸ ਸਰਕਾਰ ਨਹੀਂ ਹੋ ਰਹੀ। ਇਹਦੇ ਲਈ ਇਹਨਾਂ ਨੂੰ ਗੰਭੀਰਤਾ ਨਾਲ ਸੋਚਣਾ ਪਊਗਾ, ਤਾਂ ਹੀ ਆਪਾਂ ਉਸ ਕਿਸਾਨ ਦਿਵਸ ਵਾਲੇ ਦਿਨ ਚੌਧਰੀ ਚਰਨ ਸਿੰਘ ਹੁਣਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਊਗੀ ਜੇ ਆਪਾਂ ਕਿਸਾਨ ਸਾਡਾ ਜਿਹੜਾ ਖੁਸ਼ ਹੋਊਗਾ। ਜੇ ਕਿਸਾਨ ਹੀ ਖੁਸ਼ ਨਹੀਂ, ਉਹਦੇ ਤੇ ਆਪਾਂ ਜ਼ਬਰਦਸਤੀ ਕਾਨੂੰਨ ਲਾਗੂ ਕਰੀ ਜਾਂਦੇ ਆ, ਉਹਨਾਂ ਦਾ ਜੋ ਸਿਸਟਮ ਪਹਿਲਾਂ ਚੱਲਦਾ ਪਿਆ ਸੀ ਉਹ ਬੰਦ ਕਰੀ ਜਾਂਦੇ ਆ, ਤਾਂ ਫਿਰ ਉਹਦੇ 'ਚ ਆਪਾਂ ਨੂੰ ਕਿਸਾਨ ਦਿਵਸ ਮਨਾਉਣ ਦੀ ਕੋਈ ਹੱਕ ਲੱਗਦਾ ਨਹੀਂ। ਇਹਦੇ ਵਿੱਚ ਐਵੇਂ ਦਿਖਾਵਾ ਕਰਨ ਵਾਲੀ ਗੱਲ ਹੋ ਜਾਂਦੀ ਹੈ ਜੀ। ਕਹਿਣ ਤੋਂ ਭਾਵ ਕਿ ਕਿਸਾਨੀ ਮੁੱਦਾ ਇੰਨਾ ਜ਼ਿਆਦਾ ਵਧਿਆ ਪਿਆ ਕਿ ਇੱਕ ਪਾਸੇ ਕਿਸਾਨ ਤਾਂ ਉੱਥੇ ਬੈਠੇ ਨੇ, ਨਾਲ ਪਰਿਵਾਰ ਵੀ ਬੈਠੇ ਨੇ, ਛੋਟੇ-ਛੋਟੇ ਬੱਚੇ ਵੀ ਇੰਨੀ ਠੰਡ ਦੇ ਵਿੱਚ ਮਾਂ-ਬਾਪ ਦੇ ਨਾਲ ਉਸ ਇਤਿਹਾਸਕ ਸੰਘਰਸ਼ ਦਾ ਹਿੱਸਾ ਬਣਨ ਲਈ ਹਰ ਬੰਦਾ ਚਾਹੁੰਦਾ ਹੈ ਕਿ 2 ਮਿੰਟ ਹੀ ਸਹੀ, 5 ਮਿੰਟ ਹੀ ਸਹੀ ਉਸ ਸੰਘਰਸ਼ 'ਚ ਹਾਜ਼ਰੀ ਜ਼ਰੂਰ ਲੱਗੇ। ਬਿਲਕੁਲ ਜੀ। ਤੇ ਕਿਸਾਨ ਤੇ ਸਰਕਾਰ ਆਪਸ ਵਿੱਚ ਉਲਝੇ ਪਏ ਨੇ, ਇੱਕ ਕਹਿੰਦਾ ਹਾਂ, ਇੱਕ ਕਹਿੰਦਾ ਨਾ, ਕਦੀ ਸੁਨੇਹਾ ਮਿਲ ਜਾਂਦਾ ਗੱਲਬਾਤ ਦਾ, ਕਦੀ ਚਿੱਠੀ ਪੱਤਰ ਹੋ ਜਾਂਦਾ। ਇਹ ਸਾਰਾ ਮਾਜਰਾ ਸਮਝ ਨਹੀਂ ਆ ਰਿਹਾ ਕਿਸ ਪਾਸੇ ਵੱਲ ਜਾ ਰਿਹਾ। ਦੇਖੋ ਜੀ, ਹੁਣ ਇਹ ਪਹਿਲਾਂ ਦਾ 5 ਗੇੜ ਜਿਹੜੇ ਗੱਲਬਾਤਾਂ ਦੇ ਉਹ ਸ਼ੁਰੂ ਹੀ ਕਿਸਾਨਾਂ ਦੇ ਦਬਾਅ ਕਰਕੇ ਸਰਕਾਰ ਨੇ ਕੀਤੇ ਆ ਜੀ। ਪਹਿਲਾਂ ਅੰਦੋਲਨ ਹੋਰ ਮੁੱਦਿਆਂ ਤੇ ਹੁੰਦੇ ਰਹੇ ਆ, ਉਹਨਾਂ ਨੇ ਬਥੇਰਾ ਕਿਹਾ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ, ਇਹਦੇ ਬਾਰੇ ਵਿਚਾਰ ਕੀਤੀ ਜਾਵੇ। ਸਰਕਾਰ ਨੇ ਹਾਂ ਤਾਂ ਕਿਤੇ ਭਰੀ ਨਹੀਂ ਗੱਲ, ਹੱਥ ਪੱਲਾ ਫੜਾਇਆ ਹੀ ਨਹੀਂ, ਹਾਂ ਵੀ ਨਹੀਂ ਭਰੀ ਕਿਤੇ ਵੀ, ਕੁਝ ਉਹਨਾਂ ਨੂੰ ਸੁਣਿਆ ਹੀ ਤੱਕ ਵੀ ਨਹੀਂ ਕਿ ਤੁਹਾਡੀ ਗੱਲ ਸੁਣਨੀ ਆ, ਗੱਲਬਾਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ। ਤੇ ਜੇ ਗੱਲਬਾਤ ਦਾ ਦੌਰ ਚੱਲਿਆ ਵੀ ਸੀ, 5 ਗੇੜ ਗੱਲਬਾਤ ਹੋਈ, ਇਨ ਬਿਟਵੀਨ ਹੀ ਅਮਿਤ ਸ਼ਾਹ ਗ੍ਰਹਿ ਮੰਤਰੀ ਉਹਨਾਂ ਨਾਲ ਵੀ ਇੱਕ ਗੈਰ ਰਸਮੀ ਤੌਰ ਤੇ ਜਿਹੜੀ ਬਿਨਾਂ ਮਿੱਥੇ ਸਮੇਂ ਤੋਂ ਨਿਰਧਾਰਤ ਨਹੀਂ ਸੀਗੀ, ਉਹਦੇ ਵਿੱਚ ਵੀ ਗੱਲਬਾਤ ਹੋਈ, ਸਾਰੇ ਬੇਸਿੱਟਾ ਰਹੇ। ਹੁਣ ਜਦੋਂ ਅਗਲਾ ਗੇੜ ਚੱਲਣਾ ਸੀਗਾ, ਉਹਦੇ ਵਿੱਚ ਹੁਣ ਸਰਕਾਰ ਨੇ ਜਿਹੜਾ ਗੇਂਦ ਆ ਉਹ ਕਿਸਾਨਾਂ ਦੇ ਪਾਲੇ 'ਚ ਛੱਡ ਦਿੱਤੀ ਹੈ। ਹੁਣ ਇਹਦੇ ਵਿੱਚ ਜੇ ਸੋਚਿਆ ਜਾਵੇ ਤਾਂ ਕਿਸਾਨਾਂ ਨੇ ਤਾਂ ਨਹੀਂ ਤੁਹਾਨੂੰ ਕਿਹਾ ਸੀ ਕਾਨੂੰਨ ਬਣਾਉਣ ਲਈ, ਨਾ ਤਾਂ ਕਿਸਾਨਾਂ ਨੇ ਮੰਗ ਕੀਤੀ ਸੀਗੀ, ਤੁਸੀਂ ਕਾਨੂੰਨ ਬਣਾਏ ਆ, ਤੁਸੀਂ ਇਸ ਖਿਲਾਰੇ ਨੂੰ ਪਾਇਆ। ਜੇ ਪਹਿਲਾ ਸਿਸਟਮ ਚੱਲਣ ਡਿਆ ਸੀ, ਸਾਰਾ ਚੱਲ ਰਿਹਾ ਪਿਆ, ਸਮੂਥਲੀ ਚੱਲ ਰਿਹਾ ਸੀਗਾ, ਚਾਹੇ ਉਹ ਪੰਜਾਬ ਤੇ ਹਰਿਆਣੇ ਲਈ ਸੀਗਾ, ਹੋਰ ਸਟੇਟਾਂ ਲਈ ਹੈ ਨਹੀਂ ਸੀ, ਪਰ ਕਦੀ ਕਿਸੇ ਦੀ ਗੱਲ ਦੀ ਕੋਈ ਰੌਲਾ ਨਹੀਂ ਪਿਆ, ਸਮੇਂ ਸਿਰ ਫਸਲਾਂ ਚੱਕ ਹੁੰਦੀਆਂ ਰਹੀਆਂ, ਚਾਹੇ ਪੈਸੇ ਅੱਗੇ ਪਿੱਛੇ ਮਿਲਦੇ ਰਹੇ, ਕਿਸਾਨ ਉਹਦੇ ਨਾਲ ਖੁਸ਼ ਸੀ ਆਪਣੇ ਸਿਸਟਮ ਨਾਲ। ਜੇ ਕਿਸਾਨਾਂ ਨੂੰ ਹੁਣ ਨਾਰਾਜ਼ ਕੀਤਾ ਤਾਂ ਤੁਸੀਂ ਕੀਤਾ, ਤੇ ਜੇ ਹੁਣ ਗੱਲਬਾਤ ਦਾ ਵੀ ਸੱਦਾ, ਤੁਸੀਂ ਹੁਣ ਗੱਲਬਾਤ ਕਹੀ ਜਾਂਦੇ ਵੀ ਤੁਸੀਂ ਆਪਣੀ ਤਰੀਕ ਦੱਸੋ, ਤੇ ਇਹ ਤਾਂ ਗੱਲ ਬਣਦੀ ਨਹੀਂ ਨਾ। ਪਹਿਲੇ ਆਪ ਵਾਲੀ ਗੱਲ ਤਾਂ ਚੱਲਣੀ ਨਹੀਂ ਹੈਗੀ, ਕਿਉਂਕਿ ਕਿਸਾਨਾਂ ਨੂੰ ਜਿਹੜੀ ਤਜਵੀਜ਼ਾਂ ਭੇਜੀਆਂ ਸੀਗੀਆਂ ਉਹ ਉਸ ਤੇ ਬਿਲਕੁਲ ਨਹੀਂ, ਕਹਿੰਦੇ ਸਾਨੂੰ ਤਾਂ ਮਨਜ਼ੂਰ ਹੀ ਨਹੀਂ ਆ, ਸਾਨੂੰ ਤਾਂ ਕਾਨੂੰਨ ਵਾਪਸ ਲੈਣ ਤੋਂ ਘੱਟ ਕੋਈ ਵੀ ਗੱਲ ਕਰਨੀ ਸਾਡੇ ਲਈ ਬਿਲਕੁਲ ਮਨਾਹੀ ਆ। ਕਿਉਂਕਿ ਉੱਥੇ ਹੁਣ ਜਥੇਬੰਦੀਆਂ ਜਿਹੜੀਆਂ 32 ਤਾਂ ਇਹ ਹੋ ਗਈਆਂ, ਬਾਕੀ ਮਿਲਾ ਕੇ ਦੇਸ਼ ਭਰ ਦੀਆਂ 40 ਕਿਸਾਨ ਜਥੇਬੰਦੀਆਂ ਦੇ ਆਗੂ ਆ, ਜਿਹੜੇ ਪਹਿਲਾਂ ਪੰਜਾਬ ਦੇ ਜਥੇਬੰਦੀਆਂ ਮੀਟਿੰਗ ਕਰਦੇ ਆ, ਉਹਨਾਂ ਦੇ ਵਿੱਚ ਜੋ ਚਰਚਾ ਹੁੰਦੀ, ਫਿਰ ਉਹ ਦੇਸ਼ ਲੈਵਲ ਤੇ ਜਿਹੜੀਆਂ ਜਥੇਬੰਦੀਆਂ ਨਾਲ ਸੰਯੁਕਤ ਮੋਰਚਾ ਬਣਿਆ ਕਿਸਾਨਾਂ ਦਾ, ਉਹਦੇ ਨਾਲ ਮੀਟਿੰਗ ਕਰਦੇ ਆ। ਜਦੋਂ ਇਸ ਪੱਧਰ ਤੇ ਮੀਟਿੰਗਾਂ ਹੋਣ, ਫਿਰ ਉਹਨਾਂ ਨੇ ਕਈ ਵਿਚਾਰਾਂ ਕਰਕੇ ਫਿਰ ਹੀ ਕੁਝ ਦੱਸਣਾ ਹੁੰਦਾ। ਔਰ ਤੁਸੀਂ ਦੇਖਿਆ ਹੋਣਾ ਵੀ ਇਹ ਮੀਟਿੰਗਾਂ ਦਾ ਦੌਰ ਲੰਬਾ ਚੱਲਦਾ, 5-5 6-6 ਘੰਟੇ ਮੀਟਿੰਗਾਂ ਹੁੰਦੀਆਂ, ਫਿਰ ਜਾ ਕੇ ਕਿਸੇ ਨਤੀਜੇ ਤੇ ਪਹੁੰਚਦੇ, ਔਰ ਫਿਰ ਹੀ ਉਹ ਸਰਕਾਰ ਨੂੰ ਕੋਈ ਜਵਾਬ ਦਿੰਦੇ ਆ। ਤੇ ਇੱਕ ਪਾਸੇ ਸ਼ੇਰਗਿੱਲ ਜੀ, ਤੋਮਰ ਸਾਹਿਬ ਰੋਜ਼ਾਨਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਹਾਮੀ ਵਾਲੇ ਪੱਤਰ ਲੈ ਰਹੇ ਨੇ ਵੀ ਅਸੀਂ ਇਹਨਾਂ ਕਾਨੂੰਨਾਂ ਨਾਲ ਸਹਿਮਤ ਹਾਂ, ਇਹਨੂੰ ਤੁਸੀਂ ਕਿੱਥੋਂ ਤੱਕ ਜਾਇਜ਼ ਮੰਨਦੇ ਹੋ? ਦੇਖੋ, ਜਦੋਂ ਅੰਦੋਲਨ ਨੂੰ ਇਸ ਸਿਖਰ ਤੇ ਪਹੁੰਚੇ ਹੋਏ ਨੂੰ ਤੋੜਨਾ ਹੋਵੇ ਨਾ, ਫਿਰ ਸਰਕਾਰਾਂ ਵੀ ਬਹੁਤ ਤਰੀਕੇ ਅਪਣਾਉਂਦੀਆਂ। ਇਹ ਉਹਨਾਂ ਤਰੀਕਿਆਂ ਦੇ ਵਿੱਚ ਹੀ ਆ ਵੀ ਅਸੀਂ
ਆਪ ਦੀਆਂ ਜਥੇਬੰਦੀਆਂ, ਜਿਵੇਂ ਮੈਂ ਜੋਗਿੰਦਰ ਯਾਦਵ ਨੂੰ ਕਹਿੰਦਾ ਸੁਣਦਾ ਸੀ ਵੀ ਉਹ ਕਹਿੰਦਾ ਵੀ ਰਾਤੋਂ ਰਾਤ ਉਹਨਾਂ ਦੇ ਲੈਟਰ ਪੈਡ ਵੀ ਬਣ ਗਏ, ਉਹਨਾਂ ਦੇ ਉਹ ਕਾਰਡ ਵੀ ਛਪ ਗਏ, ਸਾਰਾ ਕੁਝ ਦਸਤਖਤੀ ਵਾਲਾ ਕੰਮ ਵੀ ਚੱਲ ਪਿਆ। ਉਹ ਇਹੋ ਜਿਹਾ ਸਰਕਾਰਾਂ ਨੇ ਆਪ ਹੀ ਬਣਾਏ ਹੋਏ ਜਿਹੜੇ ਜਥੇਬੰਦੀਆਂ ਕਿਸਾਨਾਂ ਦੀਆਂ, ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਆ। ਕਦੇ ਉੱਤਰਾਖੰਡ ਵਾਲੇ ਬੁਲਾ ਲਏ, ਕਦੇ ਯੂਪੀ ਵਾਲੇ ਬੁਲਾ ਰਹੇ। ਜਿਹੜੇ ਮੇਨ ਕਿਸਾਨ ਆਗੂ ਜਿਹੜੇ ਹੁਣ ਤੱਕ 3 ਮਹੀਨਿਆਂ ਤੋਂ ਅੰਦੋਲਨ ਕਰ ਰਹੇ, ਉਹ ਕਹਿੰਦੇ ਇਹੋ ਜਿਹੇ ਕਿਸਾਨ ਆਗੂਆਂ ਦੇ ਨਾਂ ਹੀ ਨਹੀਂ ਸੁਣੇ, ਇਹੋ ਜਿਹੇ ਜਥੇਬੰਦੀਆਂ ਦੇ ਨਾਂ ਹੀ ਨਹੀਂ ਸੁਣੇ, ਇਹ ਕਿੱਥੋਂ ਲੈ ਆਉਂਦੇ ਆ। ਸੋ ਉਹਨਾਂ ਦਾ ਇਹੀ ਕਹਿਣਾ ਆ ਵੀ ਸਾਡੇ ਬਰਾਬਰ ਮੀਟਿੰਗਾਂ ਕਰਨੀਆਂ ਬੰਦ ਕਰੇ ਸਰਕਾਰ, ਜਿਹੜਾ ਮੁੱਦਾ ਸਾਡੇ ਨਾਲ ਆ, ਅਸੀਂ ਵਿਚਾਰਨ ਨੂੰ ਆਏ ਆ, ਇੱਥੇ ਤੁਹਾਡੇ ਬਰੂਹਾਂ ਤੇ ਬੈਠੇ ਆ, ਤੁਸੀਂ ਕਹਾ ਹੋਰ ਮੀਲਾਂ ਦੂਰ ਜਾ ਕੇ ਕਿਸੇ ਹੋਰ ਸਟੇਟਾਂ ਦੇ ਕਿਸਾਨਾਂ ਨਾਲ ਗੱਲ ਕਰ ਰਹੇ ਆ, ਤੇ ਇਹ ਕਿੰਨਾ ਚਿਰ ਚੱਲੂਗਾ ਇਦਾਂ। ਇਹ ਸਾਨੂੰ ਬਦਨਾਮ ਕਰਨ ਦੀ, ਸਾਡੇ ਜਿਹੜੇ ਅੰਦੋਲਨ ਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਆ। ਇਹ ਪੈਰਲਲ ਮੀਟਿੰਗਾਂ ਸਰਕਾਰ ਤਾਂ ਹੀ ਚਲਾਉਂਦੀ ਆ ਵੀ ਜਿਹੜਾ ਅੰਦੋਲਨ ਹੁਣ ਇਸ ਵੇਲੇ ਸਰਦਰਦੀ ਤਾਂ ਬਹੁਤ ਬਣਿਆ, ਤੁਸੀਂ ਦੇਖਿਆ ਹੋਣਾ ਵੀ ਵਿਦੇਸ਼ਾਂ ਦੇ ਵਿੱਚ ਵੀ ਇਸ ਕਦਰ ਇਹਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ, ਉਹਦਾ ਦਬਾਅ ਹੀ ਸਰਕਾਰ ਤੇ ਬਣ ਰਿਹਾ। ਔਰ ਇਹਨਾਂ ਨੇ ਇੱਕ ਇਹੋ ਜਿਹੀ ਚਿੱਠੀ ਵੀ ਬਾਹਰਲੇ ਵਿਦੇਸ਼ਾਂ 'ਚ ਆਪਣੇ ਦੂਤਘਰਾਂ ਨੂੰ ਛੱਡ ਦਿੱਤੀ ਆ, ਭੇਜ ਦਿੱਤੀ ਆ ਬਈ ਤੁਸੀਂ ਇਹਨਾਂ ਕਿਸਾਨਾਂ ਦੇ ਜਿਹੜੇ ਬਿੱਲ ਕਾਨੂੰਨ ਬਣਾਏ ਆ, ਇਹਨਾਂ ਦੇ ਫਾਇਦੇ ਦੱਸਣ। ਸਰਕਾਰ ਨੂੰ ਪੁੱਛਿਆ ਜਾਵੇ ਵੀ ਉੱਥੇ ਫਾਇਦੇ ਦੱਸਣ ਦਾ ਕੀ ਮਤਲਬ ਹੈ। ਬਿਲਕੁਲ, ਤੁਹਾਡੇ ਆਪਣੇ ਦੇਸ਼ ਦੇ ਕਿਸਾਨ, ਆਪਣੇ ਸਟੇਟਾਂ ਦੇ ਕਿਸਾਨ ਉਸ ਫਾਇਦੇ ਨੂੰ ਕਬੂਲ ਹੀ ਨਹੀਂ ਕਰਦੇ, ਤੁਸੀਂ ਉਹ ਫਾਇਦੇ ਵਿਦੇਸ਼ਾਂ 'ਚ ਜਾ ਕੇ ਦੱਸਦੇ ਆ, ਤਾਂ ਉਹਦਾ ਕੋਈ ਅਰਥ ਰਹਿੰਦਾ ਨਹੀਂ ਨਾ। ਬਿਲਕੁਲ। ਸੋ ਇਹ ਸਾਰਾ ਕੁਝ ਅੰਦੋਲਨ ਨੂੰ ਖਰਾਬ ਕਰਨ ਲਈ, ਅੰਦੋਲਨ ਨੂੰ ਤਾਰ ਕਰਨ ਦੀ ਕੋਸ਼ਿਸ਼ ਹੈ ਜੀ। ਤੇ ਅਵਤਾਰ ਜੀ, ਆਪਾਂ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੈ ਬ੍ਰੇਕ ਦਾ। ਇਸ ਅੰਤਰਾਲ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕੋ ਤੁਹਾਡਾ ਫੇਰ ਤੋਂ ਸਵਾਗਤ। ਤੇ ਅਵਤਾਰ ਜੀ, ਤੁਹਾਡਾ ਮੁੜ ਤੋਂ ਸਵਾਗਤ ਕਰਦੇ ਹਾਂ। ਸ਼ੁਕਰੀਆ ਜੀ। ਤੇ ਆਪਾਂ ਬੜੇ ਗੰਭੀਰ ਮਸਲੇ ਤੇ ਗੱਲਬਾਤ ਕਰ ਰਹੇ ਹਾਂ, ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਉਸ ਤੇ ਆਪਾਂ ਕਿਸਾਨੀ ਅੰਦੋਲਨ ਦੇ ਵਰਤਮਾਨ ਸਥਿਤੀ ਦੀ ਗੱਲ ਕਰੀਏ ਤੇ ਕੀ ਗੱਲਬਾਤ ਸੰਭਵ ਹੈ ਛੇਤੀ? ਦੇਖੋ ਜੀ, ਹੁਣ ਜਦੋਂ ਤਜਵੀਜ਼ਾਂ ਇੱਕ ਵਾਰੀ ਨਹੀਂ 2 ਵਾਰੀ ਰੱਦ ਕਰ ਦਿੱਤੀਆਂ, ਇੱਥੋਂ ਤੱਕ ਕਿ ਉਹਨਾਂ ਨੇ ਕਹਿਤਾ ਪਏ ਜਿਹੜੇ ਸਰਕਾਰ ਆ ਇਹੋ ਜਿਹੇ ਲਵ ਲੈਟਰ ਭੇਜਣਾ ਬੰਦ ਕਰੇ। ਜੀ, ਜਿਹੜੀਆਂ ਤਜਵੀਜ਼ਾਂ ਨੂੰ ਅਸੀਂ ਪਹਿਲਾਂ ਰੱਦ ਕਰ ਚੁੱਕੇ ਆ, ਉਹਨਾਂ ਨੂੰ ਦੁਬਾਰਾ ਕਿਰਪਾ ਕਰਕੇ, ਮਿਹਰਬਾਨੀ ਕਰਕੇ ਨਾ ਭੇਜੇ। ਤੇ ਉਹ ਤਾਂ ਹੁਣ ਤਜਵੀਜ਼ਾਂ ਵਾਲਾ ਕੰਮ ਤਾਂ ਇੱਕ ਕਿਸਮ ਨਾਲ ਕਿਸਾਨਾਂ ਦੀ ਤਰਫੋਂ ਤਾਂ ਬੰਦ ਹੀ ਸਮਝੋ। ਜੀ, ਸਰਕਾਰ ਹੁਣ ਕੀ ਕਰਦੀ ਆ ਉਹ ਅਗਲੀ ਗੱਲ ਆ। ਦੇਖੋ, ਨਾਲ ਦੀ ਨਾਲ ਉਹ ਇਹ ਵੀ ਕਹੀ ਜਾਂਦੀ ਆ, ਖੇਤੀ ਮੰਤਰੀ ਤੋਮਰ ਸਾਹਿਬ ਨੇ ਕਿਹਾ ਕਿ ਕਿਸੇ ਵੀ ਅੰਦੋਲਨ ਦਾ ਹੱਲ ਜਿਹੜਾ ਗੱਲਬਾਤ ਤੋਂ ਬਿਨਾਂ ਸੰਭਵ ਨਹੀਂ ਹੈ। ਜੀ, ਤੋਮਰ ਸਾਹਿਬ, ਤੁਹਾਡੀ ਗੱਲ ਤਾਂ ਬਹੁਤ ਸਹੀ ਆ, ਪਰ ਤੁਮ ਅੰਦੋਲਨ ਚੱਲਦਿਆਂ ਨੂੰ ਵੀ ਦੇਖ ਲਓ ਨਾ, ਮਹੀਨਾ ਤਾਂ ਉੱਥੇ ਬੈਠਿਆਂ ਨੂੰ ਹੋ ਗਿਆ ਤੁਹਾਡੇ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ 2-2.5 ਮਹੀਨੇ ਸਟੇਟ 'ਚ ਲੰਘਦੇ ਨੂੰ ਹੋ ਗਏ, ਪੰਜਾਬ 'ਚ। ਹੁਣ ਉਹਨਾਂ ਦੇ ਨਾਲ ਹੋਰ ਜਦੋਂ ਨੈਸ਼ਨਲ ਲੈਵਲ ਦਾ ਜੁੜ ਰਿਹਾ, ਤੇ ਹੁਣ ਤੁਸੀਂ ਕਹਿ ਰਹੇ ਵੀ ਅੰਦੋਲਨ ਦਾ ਹੱਲ ਜਿਹੜਾ ਗੱਲਬਾਤ ਤੋਂ ਬਿਨਾਂ ਸੰਭਵ ਨਹੀਂ। ਤੇ ਜੇ ਸੰਭਵ ਨਹੀਂ ਹੈ ਤਾਂ ਫਿਰ ਤੁਸੀਂ ਹੀ ਤਰੀਕ ਨਿਸ਼ਚਿਤ ਕਰ ਦਿਓ ਨਾ। ਕਿਸਾਨਾਂ ਨੂੰ ਜੋ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਤਜਵੀਜ਼ਾਂ ਭੇਜੀਆਂ ਆ, ਨਾਲ ਦੀ ਨਾਲ ਉਹਨਾਂ ਨੇ ਗੱਲ ਇਹ ਵੀ ਕਿਹਾ ਵੀ ਤੁਸੀਂ ਇਹਦੇ 'ਚ ਕੀ ਤਜਵੀਜ਼ ਹੋਰ ਕਢਾਉਣੀ ਆ ਤੇ ਕੀ ਹੋਰ ਪਾਉਣੀ ਆ, ਇਹ ਦੱਸ ਦਿਓ। ਕਿਸਾਨਾਂ ਨੇ ਤਾਂ ਕਿਹਾ ਹੀ ਨਹੀਂ ਤਜਵੀਜ਼ ਭੇਜਣ ਲਈ, ਤਾਂ ਫਿਰ ਉਹ ਕੱਢਣ ਲਈ ਤੇ ਪਾਉਣ ਲਈ ਕਿੱਦਾਂ ਕਹਿਣਗੇ? ਇਹ ਤਾਂ ਇਹਨਾਂ ਦੇ ਡਿਪੈਂਡ ਹੈ ਨਾ, ਜਿਨ੍ਹਾਂ ਨੇ ਤਜਵੀਜ਼ਾਂ ਭੇਜੀਆਂ। ਤੁਸੀਂ ਦੇਖੋ ਵੀ ਜੇ ਉਹ ਤਜਵੀਜ਼ਾਂ ਤੇ ਨਹੀਂ ਮੰਨਦੇ, ਤੁਸੀਂ ਆਪ ਹੀ ਦੇਖ ਲਓ ਵੀ ਉਹਨਾਂ ਦੀ ਗੱਲ ਕਿਹੜੀ ਆ, ਕਿੱਥੇ ਇਹ ਗੱਲ ਅੜਦੀ ਆ ਕੇ, ਉਹਦਾ ਸੁਧਾਰ ਕਰ ਲਓ, ਉਹਦੇ ਬਾਰੇ ਵਿਚਾਰ ਕਰਕੇ ਆਪਦੇ ਉੱਥੇ ਲੈਵਲ ਤੇ, ਸੈਕਟਰੀ ਲੈਵਲ ਤੇ ਹੋਰ ਅਫਸਰ ਬੈਠੇ ਆ ਤੁਹਾਡੇ ਮਹਿਕਮੇ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕਰਕੇ ਦੇਖੋ ਤਾਂ ਸਹੀ ਵੀ ਇਹ ਗੱਲ ਕਿੱਥੇ ਅੜਦੀ ਆ, ਕਿਉਂ ਨਹੀਂ ਗਾਂ ਤੁਰਦੀ ਆ। ਜੇ ਉਹ ਤਜਵੀਜ਼ਾਂ ਰੱਦ ਕਰਤੀਆਂ ਤਾਂ ਉੱਥੇ ਖੜਨਾ ਸਰਕਾਰ ਲਈ ਵੀ ਠੀਕ ਨਹੀਂ ਹੈ। ਹੁਣ ਜਦੋਂ ਤਜਵੀਜ਼ਾਂ ਤੁਹਾਡੀਆਂ ਰੱਦ ਹੋ ਚੁੱਕੀਆਂ, ਗੱਲਬਾਤ ਦਾ ਦੌਰ ਚੱਲ ਨਹੀਂ ਰਿਹਾ, ਤਾਂ ਹੁਣ ਗੱਲਬਾਤ ਦੀ ਪਹਿਲ ਤੁਹਾਡੇ ਵੱਲੋਂ ਹੋਈ ਸੀ ਕਿ ਦਬਾਅ ਪੈ ਕੇ, ਤਾਂ ਹੁਣ ਗੱਲਬਾਤ ਦਾ ਪਹਿਲ ਵੀ ਮੇਰੇ ਖਿਆਲ ਦੇ ਵਿੱਚ ਸਰਕਾਰ ਵੱਲੋਂ ਹੀ ਹੋਣਾ ਚਾਹੀਦਾ। ਬਾਰ-ਬਾਰ ਜਿਹੜਾ ਉਹ ਤੋਮਰ ਸਾਹਿਬ ਕਿਸਾਨਾਂ ਨੂੰ ਕਹਿ ਰਹੇ ਵੀ ਸਾਨੂੰ ਤੁਸੀਂ ਤਰੀਕ ਦਿਓ, ਤੁਸੀਂ ਆਪਣੇ ਕਨਵੀਨੈਂਸ ਹਿਸਾਬ ਨਾਲ ਦੱਸੋ ਕਦੋਂ ਗੱਲ ਕਰ ਸਕਦੇ ਆ। ਉਹ ਤਾਂ ਗੱਲਬਾਤ ਕਰਨ ਲਈ ਤੁਹਾਡੇ ਕੋਲ ਆਏ ਆ, ਇੰਨੀਆਂ ਰੋਕਾਂ, ਇੰਨੀਆਂ ਪਾਣੀ ਦੀਆਂ ਵਿਛਾੜਾਂ ਭੰਨ ਕੇ, ਮੋਹਰੇ ਲੰਘ ਕੇ, ਤੁਹਾਡੇ ਕੋਲੋਂ ਖੱਜਲ ਖੁਆਰ ਹੋ ਕੇ ਤੁਹਾਡੇ ਤੱਕ ਪਹੁੰਚੇ ਆ, ਗੱਲਬਾਤ ਲਈ ਪਹੁੰਚੇ ਆ। ਵੀ ਤੁਸੀਂ ਆਪਦੇ ਤੌਰ ਤੇ ਕਿਉਂ ਨਹੀਂ ਨਿਰਧਾਰਿਤ ਕਰਦੇ ਵੀ ਆ ਲਓ ਜੀ ਇੰਨੀ ਤਰੀਕ ਨੂੰ ਮੀਟਿੰਗ ਆ ਜਾਓ, ਗੱਲ ਕਰਦੇ ਆ। ਜੇ ਉਹ ਬਾਅਦ ਦੀ ਗੱਲ ਹੈ, ਉਹਨਾਂ ਦਾ ਕੀ ਰਿਸਪੌਂਸ ਆਉਂਦਾ ਮੀਟਿੰਗ ਜਾਣ ਦਾ? ਹਾਲਾਂਕਿ ਉਹਨਾਂ ਨੇ ਕਦੀ ਇਸ ਗੱਲ ਨੂੰ ਨਾ ਨਹੀਂ ਕੀਤੀ ਵੀ ਤੁਸੀਂ ਮੀਟਿੰਗ ਬੁਲਾਈ ਹੋਵੇ ਤਾਂ ਅਸੀਂ ਨਾ ਗਏ ਹੋਏ, ਕਿਉਂਕਿ ਉਹਨਾਂ ਦਾ ਮੈਸੇਜ ਇਹ ਆ ਵੀ ਜੇ ਅਸੀਂ ਕਦੇ ਵੀ ਮੀਟਿੰਗ ਜਾਣ ਤੋਂ, ਗੱਲਬਾਤ ਕਰਨ ਤੋਂ ਨਾ ਕਰਤੀ, ਸਾਡਾ ਜਿਹੜਾ ਸੰਦੇਸ਼ ਆ ਉਹ ਲੋਕਾਂ 'ਚ ਗਲਤ ਜਾਊਗਾ ਵੀ ਦੇਖੋ ਉਹ ਬੁਲਾ ਰਹੇ ਆ, ਇਹ ਜਾ ਨਹੀਂ ਰਹੇ। ਸਰਕਾਰ ਦਾ ਵੀ ਇਹ ਸੀਗਾ। ਹੁਣ ਤੁਸੀਂ ਇੱਕ ਵਾਰੀ ਫੇਰ ਇਹਦੇ ਲਈ ਤਰੀਕ ਨਿਸ਼ਚਿਤ ਕਰ ਦਿਓ, ਕਿਸਾਨਾਂ ਨੂੰ ਬੁਲਾ ਲਓ, ਜਿਹੜੀਆਂ ਤਜਵੀਜ਼ਾਂ ਉਹ ਨਹੀਂ ਮੰਨਦੇ ਆ ਉਹਨਾਂ ਦੇ ਵਿੱਚ ਤਜਵੀਜ਼ਾਂ ਨੂੰ ਤੁਸੀਂ ਐਡ ਤੇ ਸਪਰੈਡ ਕਰ ਲਓ ਨਾ। ਤੁਸੀਂ ਹੀ ਬਣਾਈਆਂ ਤਜਵੀਜ਼ਾਂ, ਤੁਸੀਂ ਉਹਨੂੰ ਐਡ ਕਰ ਲਓ, ਤੁਸੀਂ ਸਪਰੈਡ ਕਰ ਲਓ, ਕਿਸੇ ਤਰੀਕੇ ਦਾ ਹੱਲ ਤੇ ਪਹੁੰਚੋ ਤਾਂ ਸਹੀ ਨਾ ਗੱਲਬਾਤ, ਤਾਂ ਹੀ ਕਿਸੇ ਗੱਲ ਤੇ ਨਤੀਜਾ ਨਿਕਲੂਗਾ।
ਜੇ ਇਹ ਕਹੀ ਜਾਓਗੇ ਵੀ ਅਸੀਂ ਨਹੀਂ ਤਰੀਕ ਦੇਣੀ ਜੀ ਤੁਸੀਂ ਦਿਓ, ਤੇ ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਬੈਠੇ ਜੀ 6 ਮਹੀਨੇ ਦਾ ਸਾਡੇ ਕੋਲ ਰਾਸ਼ਨ ਹੈਗਾ ਆ, ਜਦੋਂ ਦਊਂਗੇ ਤਰੀਕ ਦੇਖੀ ਜਾਓ। ਫਿਰ ਨਹੀਂ, ਗੱਲ ਤਾਂ ਉੱਥੇ ਹੀ ਨਿਬੜ ਜਾਂਦੀ ਜਦੋਂ ਕਿਸਾਨ ਕਹਿੰਦੇ ਵੀ ਅਸੀਂ ਇਹ ਜਿਹੜੇ ਕਾਨੂੰਨ ਨੇ ਨਾ ਖੇਤੀ ਕਾਨੂੰਨ, ਇਹਨਾਂ ਨੂੰ ਮੁੱਢੋਂ ਹੀ ਰੱਦ ਕਰਾਉਣਾ ਬਿਲਕੁਲ ਜੀ। ਹੈ। ਰੱਦ ਕਰਾਉਣ ਦਾ ਮਕਸਦ ਇਹ ਨਹੀਂ ਕਿ ਉਹਦੇ 'ਚ ਕੁਝ ਕਮੀਆਂ ਨੇ ਤੇ ਕੁਝ ਫਾਇਦੇ ਨੇ, ਉਹਦੇ ਮਕਸਦ ਇਹ ਕਿ ਗਲਤ ਤਰੀਕੇ ਨਾਲ ਵੀ ਉਹਨੂੰ ਪਾਸ ਕਰਵਾਇਆ ਗਿਆ। ਨਹੀਂ, ਇਹ ਵੀ ਤਾਂ ਸਰਕਾਰ ਨੇ ਮੰਨ ਹੀ ਲਿਆ ਨਾ, ਜਦੋਂ ਇਹਨਾਂ ਨੇ ਕਿਹਾ ਵੀ ਸੋਧਾਂ ਕਰਦੇ ਆ, ਸੋਧਾਂ ਉਹਦੇ 'ਚ ਹੁੰਦੀਆਂ ਜੇ ਗਲਤੀਆਂ ਹੋਣ ਜੀ, ਤੇ ਜੇ ਗਲਤੀਆਂ ਨਹੀਂ ਕੀਤੀਆਂ ਸੀ, ਇਹਨਾਂ ਨੂੰ ਲੱਗਦਾ ਸੀ ਅਸੀਂ ਪੂਰੀ ਪਰਫੈਕਟ ਕਾਨੂੰਨ ਬਣਾਏ ਆ, ਤਾਂ ਫਿਰ ਇਹ ਹੁਣ ਸੋਧਾਂ ਤੇ ਕਿਉਂ ਆ ਗਏ? ਤੇ ਜਦੋਂ ਸੋਧਾਂ ਦੇ ਆਏ ਆ, ਤੁਹਾਨੂੰ ਲੱਗਦਾ ਵੀ ਅਸੀਂ ਕਾਨੂੰਨ ਦੇ ਵਿੱਚ ਕੁਝ ਖਾਮੀਆਂ ਰਹਿਣ ਦਿੱਤੀਆਂ, ਕੁਝ ਰਹਿ ਗਈਆਂ, ਤਾਂ ਉਹਨੂੰ ਹੁਣ ਦੁਰਸਤ ਕਰ ਦਿਓ, ਬਿਲਕੁਲ, ਚਾਹੇ ਵਾਪਸ ਲੈ ਕੇ ਕਰ ਦਿਓ। ਮਸਲਾ ਤਾਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਵੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਸੀਗੇ ਸ਼ਹੀਦੀ ਪੁਰਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਉਦੋਂ ਮੌਕਾ ਵਧੀਆ ਸੀਗਾ, ਉਦੋਂ ਹੀ ਕਹਿੰਦੇ ਭਾਈ ਸਾਹਿਬ ਜੀ ਮੈਂ ਤੁਹਾਡੇ ਕੋਲ ਆਇਆ, ਤੁਸੀਂ ਆਓ ਗੱਲਬਾਤ ਕਰਦੇ ਆ, ਜਿਵੇਂ ਤੁਸੀਂ ਕਹੋਗੇ। ਮੈਂ ਆਹ ਲਓ ਜੀ, ਆਹ ਫਿਲਹਾਲ ਮੈਂ ਜਿਹੜੇ ਤਿੰਨੇ ਕਾਨੂੰਨਾਂ ਤੇ ਰੋਕ ਲਾਤੀ, ਜਿਵੇਂ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਪੁੱਛਿਆ ਵੀ ਇਸ ਗੱਲਬਾਤ ਦੇ ਚੱਲਣ ਦੌਰਾਨ ਕੀ ਤੁਸੀਂ ਇਹਨਾਂ ਕਾਨੂੰਨਾਂ ਦੇ ਅਮਲ ਤੇ ਰੋਕ ਲਾ ਸਕਦੇ ਆ, ਉਹਦਾ ਹਜੇ ਜਵਾਬ ਸਰਕਾਰ ਨੇ ਦਿੱਤਾ ਨਹੀਂ। ਉਹ ਮੌਕਾ ਬੜਾ ਵਧੀਆ ਸੀਗਾ, ਉਦੋਂ ਕਹਿੰਦੇ ਵੀ ਆਹ ਲਓ ਜੀ ਤੁਹਾਡੇ ਜਿਹੜੇ ਕਾਨੂੰਨਾਂ ਤੇ ਅਸੀਂ ਰੋਕ ਲਾ ਦਿੱਤੀ ਆ, ਆਓ ਬੈਠਦੇ ਆ, ਗੱਲਬਾਤ ਕਰਦੇ ਆ, ਤੁਸੀਂ ਵੀ 2-4 ਬੰਦੇ ਆਪਣੇ ਮਾਹਰ ਪਾਓ, ਅਸੀਂ ਵੀ ਪਾਉਨੇ ਆ, ਇਹਦੇ ਵਿੱਚ ਹੋਰ ਕੀ ਹੋ ਸਕਦਾ, ਫਿਰ ਅਸੀਂ ਇਹਨੂੰ ਨਵੇਂ ਤਰੀਕੇ ਨਾਲ ਤੋਰਾਂਗੇ। ਪਰ ਇਹੋ ਜਿਹੀ ਕੋਈ ਗੱਲ ਸਰਕਾਰ ਪੱਖੋਂ ਨਹੀਂ ਹੋਈ ਹੈ। ਮਤਲਬ ਕਹਿਣ ਦਾ ਇਹ ਵੀ ਸਰਕਾਰ ਜਿਹੜੀ ਆ ਉਹ ਗੰਭੀਰ ਨਹੀਂ ਆ। ਮੈਂ ਥੋੜਾ ਜਿਹਾ ਇਹਦੇ ਦੱਸ ਦਵਾਂ, ਜਿੱਦਾਂ MSP ਦਾ ਰੌਲਾ ਪੈ ਰਿਹਾ ਨਾ, ਸਰਕਾਰ ਨੇ ਕਿਹਾ ਵੀ MSP ਬਾਰ-ਬਾਰ ਕਹਿ ਰਹੀ ਵੀ MSP ਨਹੀਂ ਜਾਊਗੀ, ਲਿਖਤੀ ਵੀ ਭਰੋਸਾ ਦੇਣ ਨੂੰ ਤਿਆਰ ਹੈ। ਮੰਡੀਆਂ ਕਿਹਾ ਮੰਡੀਆਂ ਨਹੀਂ ਟੁੱਟਣਗੀਆਂ, ਉਹਦਾ ਵੀ ਲਿਖਤੀ ਗਾਰੰਟੀ ਦੇਣ ਨੂੰ ਤਿਆਰ ਆ। ਲਿਖਤੀ ਤਾਂ ਪਹਿਲੇ ਚੱਲੇ ਆ ਰਿਹਾ ਸੀਗਾ, ਮੈਂ ਪਹਿਲਾਂ ਵੀ ਦੱਸਿਆ, ਕਾਨੂੰਨ ਦੇ ਵਿੱਚ ਨਹੀਂ ਪਾਇਆ। ਪਰ ਜਦੋਂ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਾਂ 6 ਸਾਲ ਹੋ ਗਏ ਦੇਖਦਿਆਂ ਨੂੰ, ਉਹ ਹਮੇਸ਼ਾ ਇਹੀ ਮੰਚ ਤੋਂ, ਰੈਲੀ ਤੋਂ, ਸਟੇਜ ਤੋਂ ਕਿਤੇ ਵੀ ਬੋਲਦੇ ਸੀਗੇ ਤੇ ਇਹ ਕਹਿੰਦੇ ਸੀਗੇ ਵੀ ਕਾਂਗਰਸ ਨੇ 70 ਸਾਲਾਂ 'ਚ ਆਹ ਨਹੀਂ ਕੀਤਾ, ਅਸੀਂ ਆਹ ਕਰਤਾ, ਕਾਂਗਰਸ ਨੇ ਆਹ ਨਹੀਂ ਕੀਤਾ, ਅਸੀਂ ਆਹ ਕਰਤਾ। ਤਾਂ ਫਿਰ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰਨੀ ਬਣਦੀ ਆ ਵੀ 70 ਸਾਲਾਂ ਤੋਂ ਕਾਂਗਰਸ ਨੇ MSP ਵੀ ਕਾਨੂੰਨ ਨਹੀਂ ਬਣਾਇਆ, ਉਹਨੂੰ ਬਣਾ ਕੇ ਤੁਸੀਂ ਆਪ ਦੇ ਉੱਤੇ ਮਾਰਕਾ ਲੈ ਲਓ ਨਾ। ਹੁਣ ਉਹ ਕਹਿੰਦੇ ਆ, ਇੱਕ ਦਿਨ ਮੈਂ ਸੁਣਿਆ ਉਹਨਾਂ ਨੂੰ ਬੋਲਦੇ ਆ ਵੀ ਮੈਨੂੰ ਕੋਈ ਕ੍ਰੈਡਿਟ ਨਹੀਂ ਚਾਹੀਦਾ ਕਿਸਾਨਾਂ ਦੇ ਰਿਫਾਰਮ ਲਈ, ਮੈਨੂੰ ਕ੍ਰੈਡਿਟ ਨਹੀਂ ਚਾਹੀਦਾ, ਕ੍ਰੈਡਿਟ ਬੇਸ਼ੱਕ ਤੁਸੀਂ ਰੱਖ ਲਓ। ਰੱਖਣ ਕਾਹਦੇ ਲਈ? ਉਹਨਾਂ ਨੂੰ ਤਾਂ ਤੁਸੀਂ ਉਦੋਂ 2009, 10, 11, 12 ਚ ਬਣਾਉਣ ਨਹੀਂ ਦਿੱਤਾ, ਵਿਰੋਧ ਤਾਂ ਸਭ ਤੋਂ ਵੱਧ ਇਹਨਾਂ ਨੇ ਕੀਤਾ ਸੀ। ਤਾਂ ਹੁਣ ਤੁਸੀਂ ਕ੍ਰੈਡਿਟ ਉਹਨਾਂ ਨੂੰ ਕਿਉਂ ਦੇ ਰਹੇ ਬਾਰ-ਬਾਰ? ਕ੍ਰੈਡਿਟ ਤੁਸੀਂ ਲਓ, ਚੰਗੀ ਤਰ੍ਹਾਂ ਲਓ, ਇਹਨੂੰ ਚੰਗਾ ਰਿਫਾਰਮ ਬਣਾ ਕੇ ਲਓ। ਚੌਧਰੀ ਚਰਨ ਸਿੰਘ ਨੇ ਵੀ ਰਿਫਾਰਮ ਕੀਤੇ ਸੀਗੇ, ਕਿਤੇ ਉਹਨਾਂ ਦੇ ਕਿੰਤੂ ਨਹੀਂ ਹੋਇਆ। ਜ਼ਮੀਂਦਾਰੀ ਸਿਸਟਮ ਖਤਮ ਕੀਤਾ, ਲੈਂਡ ਰਿਫਾਰਮ ਜਿੰਨੇ ਉਹਨਾਂ ਦੇ ਦੌਰ 'ਚ, ਚਾਹੇ 1 ਸਾਲ ਸੀਗੇ ਪ੍ਰਧਾਨ ਮੰਤਰੀ, ਚਾਹੇ 2 ਵਾਰ ਮੁੱਖ ਮੰਤਰੀ ਰਹੇ ਆ ਯੂਪੀ 'ਚ, ਉਹਨਾਂ ਦੇ ਟਾਈਮ 'ਚ ਜਿੰਨਾ ਰਿਫਾਰਮ ਹੋਇਆ, ਮੈਨੂੰ ਲੱਗਦਾ ਨਹੀਂ ਕਿਸੇ ਨੇ ਵੀ ਉਹਦੇ ਕਿੰਤੂ ਕੀਤਾ ਹੋਊਗਾ। ਇਹ ਜਦੋਂ ਕਾਰਪੋਰੇਟ ਘਰਾਣਿਆਂ ਦੀ ਗੱਲ ਆ ਜਾਂਦੀ ਆ, ਪ੍ਰਾਈਵੇਟਾਈਜੇਸ਼ਨ ਦੀ ਗੱਲ ਆ ਜਾਂਦੀ ਆ, ਉਹਦੇ ਵਿੱਚ ਇਹਨਾਂ ਨੇ ਜਦੋਂ ਲਿਆ ਕੇ ਵਾੜ ਦਿੱਤਾ ਇਸ ਖੇਤੀ ਸੈਕਟਰ ਦੇ ਵਿੱਚ, ਪ੍ਰਾਈਵੇਟ ਸਿਸਟਮ ਨੂੰ ਲਿਆ ਕੇ ਵਾੜਤਾ, ਉਦੋਂ ਰੌਲਾ ਪਿਆ। ਨਹੀਂ ਤੇ ਕਿਸਾਨਾਂ ਨੂੰ ਕੋਈ ਮਤਲਬ ਨਹੀਂ ਸੀ ਇਹਦੇ ਨਾਲ। ਅੱਗੇ ਵੀ ਠੇਕੇ ਪ੍ਰਣਾਲੀ ਅੱਗੇ ਵੀ ਚੱਲਦੀ ਆ, ਆਪਾਂ ਦੇਖਦੇ ਆ ਬਾਹਰ ਬੰਦੇ ਸਾਡੇ ਗਏ ਹੋ ਆ, ਗਾਹਾਂ ਇੱਥੇ ਠੇਕੇ ਤੇ ਜ਼ਮੀਨ ਦਿੱਤੀ ਹੋਆ, ਕੋਈ ਭੋਲੀ ਤੇ ਆ, ਸਾਰਾ ਚੱਲਦਾ ਪਿਆ, ਕਦੀ ਇਦਾਂ ਦੀ ਗੱਲ ਨਹੀਂ ਹੋਈ। ਜਦੋਂ ਉਹਨਾਂ ਨੂੰ ਮੱਧ ਦੇ ਵਿੱਚ ਕਾਨੂੰਨਾਂ ਦੇ ਵਿੱਚ ਆ ਜਾਣੀ ਗੱਲ, ਫਿਰ ਉਹ ਨਾ ਤਾਂ ਕਿਸੇ ਕੋਲ ਸਵਾਲ ਉਠਾ ਸਕਦੇ ਆ, ਨਾ ਕਿਤੇ ਉਹਦੀ ਸੁਣਵਾਈ ਹੋਣੀ ਆ, ਕਿਉਂਕਿ SDM ਦਾ ਕਰਤਾ ਸੀਗਾ, ਕੋਰਟ ਤੱਕ ਸੁਣਵਾਈ ਨਹੀਂ ਸੀਗੀ, ਕਹਿੰਦੇ ਉਹ ਵੀ ਹੈਗੇ ਆ। MSP ਦੀ ਗੱਲ ਮੈਂ ਤਾਂ ਛੇੜੀ ਆ, ਹੁਣ ਇੱਕ ਬੰਦਾ ਜਦੋਂ ਮੱਧ ਪ੍ਰਦੇਸ਼ ਦੀ ਗੱਲ ਆ, ਕਿਸਾਨ ਦੱਸਦਾ ਵੀ ਸਾਡੀ ਜਿਹੜੀ MSP ਫਸਲ ਦੀ 3000 ਨਿਸ਼ਚਿਤ ਹੋਈ ਸੀਗੀ, ਕਿਸੇ ਪ੍ਰਾਈਵੇਟ ਕੰਪਨੀ ਨੇ ਲੈਣੀ ਸੀਗੀ, ਉਹਦੇ ਮੁਤਾਬਕ ਕਹਿੰਦਾ ਮੈਂ ਫਸਲ ਬੀਜ ਲਈ, ਉਹਦਾ ਪੂਰੀ ਮਿਹਨਤ ਕੀਤੀ, ਉਹਦਾ ਜੋ ਲਾਗਤ ਆਈ ਪੂਰਾ, ਉਹਦੇ ਖਾਦ ਪਾਣੀ ਦਵਾਈ ਦੂਈ ਛੱਡ ਕੇ ਫਸਲ ਪਾਲ ਲਈ। ਜਦੋਂ ਫਸਲ ਪੱਕਣ ਤੇ ਆਈ, ਜਦੋਂ ਫਸਲ ਨੂੰ ਖਰੀਦਣਾ ਸੀਗਾ, ਉਹਦਾ ਗਹਾਈ ਹੋਣੀ ਸੀਗੀ, ਕੰਪਨੀ ਭੱਜ ਗਈ। ਹੁਣ ਇੱਥੇ ਪ੍ਰਧਾਨ ਮੰਤਰੀ ਨੂੰ ਜਾਂ ਕੇਂਦਰ ਸਰਕਾਰ ਨੂੰ ਪੁੱਛਿਆ ਜਾਵੇ, ਇਹ ਹਾਲ ਜੇ ਪੰਜਾਬ 'ਚ ਹੋਵੇ, ਉਹ ਕਵੇ ਵੀ ਅੱਜ ਮੈਂ ਇਸ ਸਮੇਂ ਮੈਂ ਆਹ ਫਸਲ ਬੀਜਣੀ ਆ, ਠੀਕ ਹੈ, ਕਿਸਾਨ ਮਿਹਨਤੀ ਆ ਸਾਡਾ, ਉਹਨੇ ਫਸਲ ਬੀਜ ਵੀ ਦੇਣੀ ਆ, ਮਿਹਨਤ ਕਰਕੇ ਪਾਲ ਵੀ ਲੈਣੀ ਔਰ ਵਧੀਆ ਉਪਜ ਵੀ ਦੇ ਦੂਗਾ। ਪਰ ਜਦੋਂ ਅਖੀਰ ਜਾ ਕੇ ਉਹ ਕੰਪਨੀ ਹੱਥ ਖੜੇ ਕਰ ਜੋ ਕਿ ਮੈਂ ਨਹੀਂ ਖਰੀਦਣੀ, ਤਾਂ ਫਿਰ ਉਹ ਕਿੱਥੇ ਜਾਊਗਾ? ਜੇ 3000 ਦੇ ਜਿਹੜਾ ਨਿਸ਼ਚਿਤ ਹੋਇਆ, ਉਹਨੂੰ ਤਾਂ 300 'ਚ ਮਿਲਣੀ, ਫਿਰ ਤੇ 300 'ਚ ਦੇ ਕੇ ਫਿਰ ਆਪੇ ਉਹ ਬੰਦਾ ਤਾਂ ਕੰਗਾਲ ਹੋ ਗਿਆ ਨਾ, ਉਹਦੀ ਲਾਗਤ ਵੀ ਨਹੀਂ ਮੁੜਦੀ। ਇਸੇ ਨਾਲ ਮੈਂ ਜੋੜਨਾ ਚਾਹੂੰਗਾ ਵੀ ਮੱਧ ਪ੍ਰਦੇਸ਼ ਦੇ ਵਿੱਚ ਵੀ ਹੁਣ ਜੇ ਗੱਲ ਹੋਈ ਆ ਵੀ 47 ਮੰਡੀਆਂ ਬੰਦ ਹੋ ਗਈਆਂ। ਜਦ ਉੱਥੇ 47 ਮੰਡੀਆਂ ਹੋਣ ਦੇ ਦੌਰ 'ਚ ਬੰਦ ਹੋ ਗਈਆਂ, ਬਿਹਾਰ ਦੇ ਵਿੱਚ 2006 ਦੇ ਵਿੱਚ ਮੰਡੀਆਂ ਖਤਮ ਪਿਆ, ਉੱਥੇ 1-2 ਥਾਵਾਂ ਤੇ ਹੀ ਆ, ਬਹੁਤੀਆਂ ਨਹੀਂ ਮੰਡੀਆਂ ਹੈਗੀਆਂ। ਤੇ ਹੁਣ ਤੁਸੀਂ ਇਹਦੇ ਵਿੱਚ ਮੰਡੀਆਂ ਤੋੜਨ ਦੀ ਗੱਲ ਕਰਦੇ ਨਾਲ ਕਹਿ ਰਹੇ ਆ ਵੀ ਨਹੀਂ ਟੁੱਟਣਗਾ ਸਿਸਟਮ ਇਹ, ਤੇ ਫਿਰ ਉਹਦੇ ਤੇ ਭਰੋਸਾ ਕਿਵੇਂ ਕੀਤਾ ਜਾਵੇ? ਵਿਸ਼ਵਾਸ ਕਿਵੇਂ ਹੋਵੇ ਤੁਹਾਡੇ ਤਜਵੀਜ਼ਾਂ ਤੇ? ਗੱਲ ਤਾਂ ਇਹ ਹੈ ਨਾ, ਕਿਉਂਕਿ 6 ਸਾਲਾਂ 'ਚ ਜੋ ਵਾਅਦੇ ਤੁਸੀਂ ਕੀਤੇ ਆ, ਅੱਜ ਤੱਕ ਮੈਨੂੰ ਲੱਗਦਾ ਨਹੀਂ ਵਫਾ ਹੋਏ ਆ। 15 ਲੱਖ ਵਾਲਾ ਕਿਤੇ ਦਿਖਦਾ ਨਹੀਂ ਜੀ ਕਿਸੇ ਅਕਾਊਂਟ 'ਚ ਆਇਆ, ਹੈਨਾ। ਉਸ ਤੋਂ ਬਾਅਦ ਕਾਲਾ ਧਨ ਕਿਤੇ ਦਿਸਿਆ ਨਹੀਂ ਜੀ, ਉਹ ਚਿੱਟਾ ਹੋਇਆ ਆ ਕੇ। ਪਰ ਇਹਨਾਂ ਦਾ ਆਪਣਾ ਜ਼ਰੂਰ ਹੋ ਗਿਆ ਕਾਰਪੋਰੇਟ ਘਰਾਣਿਆਂ ਦਾ, ਉਹ ਨੋਟਬੰਦੀ ਦੇ ਵਿੱਚ, ਹੈਨਾ। ਪਰ ਇਹ ਤੇ ਵਿਸ਼ਵਾਸ ਤਾਂ ਬਣਾਉਣਾ ਪਊਗਾ ਨਾ, ਤਾਂ ਹੀ ਗੱਲ ਚੱਲੂਗੀ। ਜੀ,
ਸ਼ੇਰਗਿੱਲ ਜੀ, ਗੱਲ ਆਪਾਂ ਕਿਸਾਨੀ ਮੁੱਦੇ ਤੇ ਹੀ ਕਰ ਰਹੇ ਹਾਂ। ਜੀ। ਹਰੀ ਕ੍ਰਾਂਤੀ ਵੇਲੇ ਤੇ ਪੰਜਾਬ ਨੂੰ ਅੱਗੇ ਲਾਇਆ ਗਿਆ ਵੀ ਅੰਨ ਉਗਾਓ, ਫਿਰ ਯੂਰੀਆ ਪਾਓ, ਖਾਦਾਂ ਪਾਓ। ਜੀ। ਪੰਜਾਬ ਨੇ ਦੇਸ਼ ਦਾ ਢਿੱਡ ਭਰ ਦਿੱਤਾ, ਬਿਲਕੁਲ ਜੀ। ਆਪਣੀ ਜ਼ਮੀਨ ਬੰਜਰ ਕਰ ਲਈ, ਪਾਣੀ ਦਾ ਜਿਹੜਾ ਲੈਵਲ ਹੈ ਉਹ ਬੜਾ ਨੀਵਾਂ ਚਲਾ ਗਿਆ। ਬਿਲਕੁਲ ਜੀ। ਤੇ ਹੁਣ ਕਹਿੰਦੇ ਵੀ ਝੋਨਾ ਤੇ ਕਣਕ ਬੀਜਣਾ ਬੰਦ ਕਰ ਦਿਓ, ਹੋਰ ਫਸਲਾਂ। ਜੀ। ਉਹਨਾਂ ਦਾ ਮੰਡੀਕਰਨ ਕਿਹੜਾ ਸੌਖਾ ਹੈ? ਬਿਲਕੁਲ ਕੌਣ ਖਰੀਦੂਗਾ? ਘਰ ਜੋਗਾ ਤਾਂ ਸਾਰੇ ਸਾਂਭ ਲੈਂਦੇ ਆ, ਪਰ ਬਾਕੀ ਦੀ ਫਸਲ ਕੌਣ ਸੰਭਾਲੇਗਾ? ਬਿਲਕੁਲ ਐਡੀ ਭੰਡਾਰਨ ਹੋ ਨਹੀਂ ਸਕਦੀ। ਜੀ ਜੀ। ਤੇ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ, ਸਿਰਫ ਕਿਸਾਨ ਨਹੀਂ ਹੈ, ਕਿਸਾਨ ਨਾਲ ਜੁੜੇ ਹਰ ਪਰਿਵਾਰ ਹੈ, ਕਿਉਂਕਿ ਜਿਹੜਾ ਰੋਟੀ ਖਾਂਦਾ ਹੈ ਨਾ, ਉਹ ਕਿਸਾਨਾਂ ਦੇ ਨਾਲ ਹੈ ਇਸ ਵੇਲੇ। ਤੇ ਬੀਬੀਆਂ ਵੀ ਘੱਟ ਨਹੀਂ ਹੈ, ਤੇ ਬੀਬੀਆਂ ਵੀ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਪਿੱਛੇ ਘਰ ਸੰਭਾਲਦੀਆਂ ਨੇ, ਫਸਲਾਂ ਨੂੰ ਵੇਖ ਰਹੀਆਂ ਨੇ, ਉੱਥੇ ਜੋਸ਼ ਨਾਲ ਉੱਥੇ ਸੰਘਰਸ਼ ਵਿੱਚ ਵੀ ਹਾਜ਼ਰੀ ਲਵਾ ਰਹੀਆਂ। ਬਿਲਕੁਲ ਜੀ, ਬਿਲਕੁਲ। ਇੱਕ ਮੀਡੀਆ 'ਚ ਫੋਟੋ ਬੜੀ ਵਾਇਰਲ ਹੋ ਰਹੀ ਹੈ, ਜਿਹਦੇ 'ਚ 60 ਕੇ 62 ਸਾਲ ਦੀ ਬੀਬੀ ਹੈ, ਜਿਹੜੀ ਮਹਿਲਾਵਾਂ ਦਾ ਗਰੁੱਪ ਲੈ ਕੇ ਜੀਪ 'ਚ ਸਵਾਰ ਹੋ ਕੇ ਉੱਥੇ ਪਹੁੰਚੀ ਹੈ। ਖੁਦ ਚਲਾ ਕੇ ਆਈ ਹੈ। ਹਾਂਜੀ ਜੀ ਜੀ। ਤੇ ਉਹਦੇ ਬਾਰੇ ਕੀ ਆਖੋਗੇ? ਇਹ ਤਾਂ ਜੋਸ਼ ਔਰ ਜਜ਼ਬਾ ਦੇਖ ਕੇ ਜੀ ਲੱਗਦਾ ਤਾਂ ਸੀਗਾ ਵੀ ਸਰਕਾਰ ਕਿਤੇ ਨਾ ਕਿਤੇ ਪਿਘਲ ਜਾਊਗੀ ਜਾਂ ਉਹਦੇ ਦਿਮਾਗ ਤੇ ਮਨ ਤੇ ਅਸਰ ਪਊਗਾ, ਪਰ ਉਹਨਾਂ ਦੇ ਤਾਂ ਨਹੀਂ ਹੋਇਆ। ਇੱਧਰ ਜੋਸ਼ ਜ਼ਰੂਰ ਸਿਖਰ ਤੋਂ ਵੀ ਗਾਹਾਂ ਸਿਖਰ ਤੇ ਪਹੁੰਚ ਰਿਹਾ। ਜੇ ਅੰਦੋਲਨ ਦੀ ਗੱਲ ਕਰੀਏ ਤਾਂ ਤੁਸੀਂ ਸਹੀ ਕਿਹਾ ਵੀ ਕੇਵਲ ਕਿਸਾਨਾਂ ਦਾ ਨਹੀਂ ਰਿਹਾ, ਹੁਣ ਇਹਦੇ ਨਾਲ ਹਰ ਵਰਗ ਜੁੜ ਗਿਆ। ਜੀ। ਹਰ ਜਿਹੜਾ ਵਪਾਰੀ ਆ, ਚਾਹੇ ਆੜ੍ਹਤੀ ਆ, ਚਾਹੇ ਮਜ਼ਦੂਰ ਆ, ਚਾਹੇ ਕੋਈ ਵੀ ਆ, ਉਹਨੂੰ ਪਤਾ ਲੱਗ ਗਿਆ ਵੀ ਨੋ ਫਾਰਮਰ ਨੋ ਫੂਡ। ਤੇ ਇਹ ਜਿਹੜਾ ਸਲੋਗਨ ਆ, ਕੱਲਾ ਇੱਧਰ ਨਹੀਂ ਵਿਦੇਸ਼ਾਂ 'ਚ ਵੀ ਸਲੋਗਨ ਇਹੀ ਚੱਲ ਰਿਹਾ ਵੀ ਜੇ ਅੱਜ ਕਿਸਾਨ ਨਹੀਂ ਤੇ ਕੱਲ ਨੂੰ ਤੁਹਾਡੇ ਖਾਣੇ ਦਾ ਪ੍ਰਬੰਧ ਨਹੀਂ, ਤੇ ਭਵਿੱਖ ਵਿੱਚ ਤੁਹਾਨੂੰ ਮਿਲਣਾ ਕੁਛ ਨਹੀਂ। ਇਸ ਗੱਲ ਨੂੰ ਇਹ ਨਹੀਂ ਸਮਝ ਰਹੇ। ਠੀਕ ਆ, ਤੁਸੀਂ ਕਿਹਾ ਵੀ ਉਹ ਕਹਿੰਦੇ ਕਣਕ ਤੇ ਝੋਨੇ ਦੀ ਫਸਲ ਬੰਦ ਕਰ ਦਿਓ। ਮੈਂ ਵੀ ਕਹਿਣਾ ਇੱਕ ਸੀਜ਼ਨ ਪੰਜਾਬ ਕਣਕ ਨਾ ਬੀਜੇ ਨਾ ਤਾਂ ਮੈਨੂੰ ਲੱਗਦਾ ਵੀ ਅਗਲੀ ਸੀਜ਼ਨ ਨੂੰ ਸਰਕਾਰ ਮਿੰਨਤਾਂ ਕਰਕੇ ਬਿਜਾਊਗੀ, ਕਿਉਂਕਿ ਇਹਨਾਂ ਤੋਂ ਬਾਹਰੋਂ ਲੈ ਨਹੀਂ ਹੋਣਾ ਜਿੰਨਾ ਇਹ ਕਹਿੰਦੇ ਵੀ ਅਸੀਂ ਬਾਹਰੋਂ ਮੰਗਾ ਲਾਂਗੇ। ਕਿ ਬਾਹਰੋਂ ਮੰਗਾਉਣ ਤੋਂ ਰੋਕਣ ਖਾਤਰ ਹੀ ਪੰਜਾਬ ਨੂੰ ਮੂਹਰੇ ਲਾ ਕੇ ਹਰੀ ਕ੍ਰਾਂਤੀ ਲਿਆਂਦੀ ਗਈ ਸੀ। ਜੀ ਜੀ ਜੀ। ਜੇ ਲਿਆਉਣ ਜੋਗੇ ਹੁੰਦੇ ਅਮਰੀਕਾ ਤੋਂ ਜਾਂ ਕਿਤੇ ਹੋਰ ਤਾਂ ਫੇਰ ਇਹਨੇ ਪੰਜਾਬ ਨੂੰ ਮੂਹਰੇ ਨਹੀਂ ਲਾਉਣਾ ਸੀ। ਔਰ ਪੰਜਾਬ ਨੇ ਜੀ ਜਾਨ ਲਾ ਕੇ ਮਿਹਨਤ ਕਰਕੇ ਐਸੀ ਹਰੀ ਕ੍ਰਾਂਤੀ ਲਿਆਂਦੀ ਸੀ ਕਿ ਪੂਰੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਤਾ ਸੀਗਾ। ਜਿਹੜੀ ਆਤਮ ਨਿਰਭਰ ਦੀ ਗੱਲ ਅੱਜ ਕਰ ਰਹੇ ਆ, ਉਹ 25-30 ਸਾਲ ਪਹਿਲਾਂ ਦੀ ਸਾਡੇ ਕਿਸਾਨਾਂ ਨੇ ਕੀਤੀ ਹੋਈ ਹੈ, ਕਰਕੇ ਦਿਖਾ ਦਿੱਤੀ ਜੀ। ਬਿਲਕੁਲ। ਤੇ ਸ਼ੇਰਗਿੱਲ ਜੀ, ਆਪਾਂ ਵਿਚਾਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ, ਪਰ ਇਸ ਵੇਲੇ ਵੇਲਾ ਹੈ ਅੰਤਰਾਲ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਜੀ ਆਇਆਂ ਆਖਦੇ ਹਾਂ। ਤੇ ਅਵਤਾਰ ਜੀ, ਆਪਾਂ ਅੰਦੋਲਨ ਦੀ ਗੱਲ ਕਰ ਰਹੇ ਹਾਂ, ਬੀਬੀਆਂ ਦੀ ਯੋਗਦਾਨ ਦੀ ਗੱਲ ਕਰ ਰਹੇ ਹਾਂ। ਤੇ ਬੀਬੀਆਂ ਦੇ ਯੋਗਦਾਨ, ਜਿਹੜਾ ਜੋਸ਼ ਹੈ ਨਵਾਂ, ਇੱਕ ਅਲੱਗ ਤਰ੍ਹਾਂ ਦਾ ਜੋਸ਼ ਹੈ। ਤੇ ਮੈਨੂੰ ਲੱਗਦਾ ਹੈ ਕਿ ਅੰਦੋਲਨ ਨੇ ਨਾ ਪੰਜਾਬੀ ਸੱਭਿਆਚਾਰ ਨੂੰ ਹੁਣ ਜਿਉਂਦਾ ਕਰ ਦਿੱਤਾ। ਆਪਸੀ ਭਾਈਚਾਰਾ ਵੱਧ ਗਿਆ, ਰਿਸ਼ਤੇਦਾਰੀਆਂ ਸਾਂਝੀਆਂ ਹੋਣ ਲੱਗ ਪਈਆਂ ਨੇ। ਕੋਈ ਜਾਤ ਦਾ ਫਰਕ ਨਹੀਂ, ਕੋਈ ਲਿੰਗ ਦਾ ਨਹੀਂ, ਹਰ ਬੰਦਾ ਉੱਥੇ ਪਹੁੰਚ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਬਿਲਕੁਲ ਜੀ, ਬਿਲਕੁਲ। ਤੇ ਮੈਨੂੰ ਲੱਗਦਾ ਹੈ ਕਿ ਜਿੱਦਾਂ ਮੈਂ ਇਸ ਵੇਲੇ ਵੀ ਉੱਥੇ ਹੀ ਪਹੁੰਚੀ ਹੋਈ ਹਾਂ। ਤੁਸੀਂ ਉਹੋ ਜਿਹੇ ਮਾਹੌਲ ਨੂੰ ਕਿੱਦਾਂ ਦੇਖਦੇ ਹੋ ਸਾਰਿਆਂ ਨੂੰ? ਪਰਮਿੰਦਰ ਜੀ, ਇਹ ਕਈ ਪਹਿਲੂ ਆ ਜੀ। ਇੱਕ ਪਹਿਲੂ ਤਾਂ ਇਹ ਵੀ ਸੀਗਾ ਕਿ ਵੱਟ ਨੂੰ ਲੈ ਕੇ ਦੋ ਭਰਾਵਾਂ 'ਚ ਲੜਾਈ ਝਗੜਾ ਸੀਗਾ। ਦੋਨੇ ਅੰਦੋਲਨ ਤੇ ਪਹੁੰਚ ਗਏ। ਵੱਟ ਥੋੜਾ ਜਿਹਾ ਆਮ ਹੀ ਪਿੰਡਾਂ 'ਚ ਦੇਖੀਏ ਨਾ, ਵੱਟ ਨੂੰ ਲੈ ਕੇ ਕਿਸਾਨ ਲੜਦੇ ਰਹਿੰਦੇ ਆ, ਮੇਰਾ ਨਕਾਓ ਤੋੜ ਦਿੱਤਾ, ਮੇਰਾ ਉਧਰ ਪਾਣੀ ਮੋੜਤਾ, ਚੱਲਦਾ ਰਹਿੰਦਾ ਸੀ ਲੜਾਈ। ਇਹ ਸ਼ੁਰੂ ਤੋਂ ਸਾਡੇ ਪੁਰਾਣੀ ਆ ਲੜਾਈ, ਪਿੰਡੂ ਲੜਾਈ ਜਿਹੜੀ। ਹੋਇਆ ਕੀ ਵੀ ਉੱਥੇ ਦੋਏ ਕਿਸਾਨ ਚੱਲ ਗਏ ਵੀ ਇੱਕੋ ਟਰਾਲੀ 'ਚ। ਹੁਣ ਜਿਹੜਾ ਬੰਦਾ ਲੈ ਕੇ ਗਿਆ ਇਕੱਠਾ, ਉਹਦਾ ਵੀ ਜਜ਼ਬਾ ਹੋਣਾ ਜਾਣਦਾ ਤੇ ਉਹਦਾ ਵੀ ਹੋਣਾ ਜਜ਼ਬਾ ਜਾਣਦਾ। ਜਦੋਂ ਦੂਸਰੇ ਦਿਨ ਪਹੁੰਚੇ, ਉੱਥੇ ਬਹਿ ਗਏ ਇਕੱਠੇ ਚਾਹ ਪੀਣ ਲੱਗੇ ਤੇ ਉਹਨੇ ਉਹਨੂੰ ਚਾਹ ਪਾ ਕੇ ਦਿੱਤੀ ਤੇ ਉਹਨੇ ਕਿਹਾ, ਯਾਰ ਨਹੀਂ ਤੂੰ ਪਹਿਲਾਂ ਪੀ ਲਾ। ਚਾਹਾਂ ਦਾ ਹੋਇਆ ਆਦਾਨ ਪ੍ਰਦਾਨ, ਤੇ ਉੱਥੇ ਜਿਹੜਾ ਮਨਾਂ ਦਾ ਆਦਾਨ ਪ੍ਰਦਾਨ ਵੀ ਹੋ ਗਿਆ। ਉਹ ਕਹਿੰਦਾ, ਯਾਰ ਚਾਹ ਤਾਂ ਪਹਿਲਾਂ ਮੈਂ ਬਾਅਦ 'ਚ ਪੀਊਂਗਾ, ਪਰ ਮੈਂ ਇੱਕ ਤੇਰੇ ਨਾਲ ਵਾਅਦਾ ਕਰਦਾ ਵੀ ਜਿਹੜਾ ਵੱਟ ਨੂੰ ਲੈ ਕੇ ਤੇਰੇ ਨਾਲ ਕੇਸ ਚੱਲਦਾ ਪਿਆ ਨਾ ਅਦਾਲਤ 'ਚ, ਉਹ ਮੈਂ ਸਵੇਰੇ ਜਾ ਕੇ ਵਾਪਸ ਲੈ ਲੈਣਾ। ਜੱਫੀਆਂ ਪੈ ਗਈਆਂ। ਇਹ ਇੱਕ ਪਹਿਲੂ ਹੋ ਗਿਆ। ਅਗਲਾ ਪਹਿਲੂ, ਜਿਹੜੀ ਬੀਬੀਆਂ ਦੀ ਗੱਲ ਤੁਸੀਂ ਦੱਸੀ ਆ, ਉਹ ਬੀਬੀਆਂ ਦਾ ਜੋਸ਼ ਤੁਸੀਂ ਆਮ ਹੀ ਵੀਡੀਓ ਚੱਲਦੀਆਂ ਸੋਸ਼ਲ ਮੀਡੀਆ ਤੇ, ਉੱਥੋਂ ਜੋ ਬੋਲਦੀਆਂ, ਜਿੰਨਾ ਵੀ ਕੰਮ ਜੇ ਕਿਸਾਨਾਂ ਨੇ ਮਰਦਾਂ ਨੇ ਪਖਾਇਆ ਹੋਇਆ ਨਾ, ਮੈਂ ਕਹਿੰਦਾ ਉਹ ਤੋਂ ਦੁੱਖਣਾ ਬੀਬੀਆਂ ਨੇ ਪਖਾਤਾ ਉੱਥੇ। ਥੋੜੀ ਜਿਹੀ ਇਹਦੇ 'ਚ ਹਾਸੇ ਵਾਲੀ ਗੱਲ ਮੈਂ ਦੱਸਣ ਲੱਗਾ। ਬੀਬੀ ਆ ਇੱਥੋਂ ਪਟਿਆਲੇ ਤੋਂ, ਟਿਕਰੀ ਬਾਰਡਰ ਤੇ ਗਈ ਹੋਆ, ਤੇ ਉਹ ਇਦਾਂ ਹੀ ਉੱਥੇ ਆਟਾ ਗੁੰਨਦੀ ਹੈ ਤੇ ਰੋਟੀਆਂ ਪਕਾਉਂਦੀਆਂ, ਤੇ ਕੋਲ ਹੀ ਬੰਦੇ ਕਿਸਾਨ ਜਿਹੜੇ ਮਰਦੇ ਆ, ਦੇਖੋ ਉਹਨਾਂ ਨੂੰ ਵੀ ਕੰਮ ਕਰਨ ਲਾਤਾ। ਨਹੀਂ ਤਾਂ ਆਮ ਆਪਾਂ ਘਰਾਂ 'ਚ ਦੇਖੀਏ ਤਾਂ ਜ਼ਿਆਦਾਤਰ ਸਵਾਣੀਆਂ ਜਿਹੜੀਆਂ ਕਰਦੀਆਂ ਉਹੀ ਕੰਮ ਕਰਦੀਆਂ ਹੁੰਦੀਆਂ। ਕਿਸਾਨਾਂ ਦਾ ਕੰਮ ਖੇਤਾਂ ਦਾ ਹੀ ਹੁੰਦਾ ਆ। ਪਰ ਇਸ ਵੇਲੇ ਤੁਸੀਂ ਦੇਖੋ, ਉੱਥੇ ਚਾਹੇ ਕੋਈ ਨੌਜਵਾਨ ਆ ਚਾਹੇ ਬਜ਼ੁਰਗ ਆ, ਉਹ ਰੋਟੀਆਂ ਥੱਲਣ ਡਿਆ ਤੇ ਰੋਟੀਆਂ ਬੇਲਣ ਡਿਆ ਤੇ ਆਟਾ ਗੁੰਨਣ ਡਿਆ।
ਸਾਰਿਆਂ ਨੂੰ ਇੱਕ ਕਿਸਮ ਨਾਲ ਉੱਥੇ ਕੰਮ ਕਰਨ ਲਾ ਦਿੱਤਾ। ਇਸ ਅੰਦੋਲਨ ਨੇ ਕਈ ਰੂਪ ਦਿਖਾਲੇ ਆ ਜੀ। ਉਸ ਬੀਬੀ ਦੀ ਜਵਾਨੀ ਆ, ਉਹ ਕਹਿੰਦੀ ਵੀ ਕੋਲ ਬੈਠਾ ਇੱਕ ਕਿਸਾਨ ਕਵੇ ਦੂਜੇ ਨੂੰ ਵੀ ਬਾਈ ਆਪਾਂ ਤਾਂ ਘਰ ਬਹੁਤ ਆਰਾਮ ਨਾਲ ਕਹਿ ਦਈਦਾ, ਉਹ ਲਾਈ ਯਾਰ 10 ਬੰਦਿਆਂ ਦੀ ਰੋਟੀਆਂ ਭੇਜੀ ਖੇਤਾਂ ਨੂੰ, ਬਈ ਹੁਣ ਪਤਾ ਲੱਗਦਾ ਵੀ ਕਿੰਨਾ ਔਖਾ ਆ। ਤੇ ਉਹ ਬੀਬੀ ਤੋਂ ਵੀ ਕਹਿੰਦੀ ਮੇਰੇ ਤੋਂ ਰਿਹਾ ਨਹੀਂ ਗਿਆ। ਉਹ ਕਹਿੰਦੀ ਫਿਰ ਬਾਈ ਆਪਾਂ ਹੁਣ ਘਰੇ ਜਾ ਕੇ ਉਹਨਾਂ ਦੀ ਕਦਰ ਤਾਂ ਕਰਾਂਗੇ ਕਿ ਨਹੀਂ। ਉਹ ਫਿਰ ਕਿਸਾਨ ਚੁੱਪ ਹੋ ਗਿਆ। ਉਹ ਕਹਿੰਦਾ ਵੀ ਹੁਣ ਕਦਰ ਤਾਂ ਕਰਨੀ ਬਣਦੀ ਆ, ਪਰ ਸਾਨੂੰ ਪਤਾ ਲੱਗ ਗਿਆ ਵੀ ਕਿਸ ਭਾਅ ਵਿਕਦੀ ਆ ਜਦੋਂ ਘਰਾਂ 'ਚ ਔਰਤਾਂ ਜਿਹੜੀਆਂ ਸਾਡੀਆਂ ਜਿਹੜੀਆਂ ਕਿਸਾਨਾਂ ਦੇ ਘਰਾਂ ਦੇ ਵਿੱਚ ਜਦੋਂ ਦੇਖੋ ਆਮ ਹੀ ਜਦੋਂ ਫਸਲ ਕਦੇ ਕੱਟੀ ਜਾਂਦੀ ਆ ਜਾਂ ਬੀਜੀ ਜਾਂਦੀ ਆ ਤਾਂ ਬਹੁਤ ਵੱਡੀ ਪੱਧਰ ਤੇ ਵੱਡੀ ਖੇਤੀ ਵਾਲੇ ਜਿਹੜੇ ਕਾਮੇ ਹੁੰਦੇ ਆ ਉਹਨਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਹੁੰਦਾ ਤੇ ਉਹ ਬਾਹਰੋਂ ਬੰਦਾ ਤਾਂ ਉਹੀ ਆਵਾਜ਼ ਦੇ ਦਿੰਦਾ ਆ ਕਹੀਂ ਬਈ ਜਾਂ ਲਾਈ 10 ਕੁ ਬੰਦਿਆਂ ਦੀਆਂ ਰੋਟੀਆਂ, ਆਪਾਂ ਤਾਂ ਲਾਈ ਕਹਿ ਦਿੰਦੇ ਆ, ਪਰ ਜਦੋਂ ਲਾਉਣ ਦਾ ਕੰਮ ਉਹਨਾਂ ਨੂੰ ਆਉਂਦਾ ਤਾਂ ਪਤਾ ਲੱਗਦਾ ਵੀ ਕਿੰਨਾ ਟਾਈਮ ਲੱਗਦਾ। ਸੋ ਇਹ ਕਈ ਰੂਪ ਆ ਉੱਥੇ। ਹੁਣ ਉਹਨੇ ਆਪਾਂ ਅੰਦੋਲਨ ਵੱਲ ਨੂੰ, ਅੰਦੋਲਨ ਇਸ ਕਦਰ ਵਿਸ਼ਾਲ ਹੁੰਦਾ ਜਾ ਰਿਹਾ ਵੀ ਜਿੱਥੇ ਆਪਾਂ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਦੀ ਗੱਲ ਕਰਦੇ ਆ, ਉੱਥੇ ਹੁਣ ਇਸ ਵੇਲੇ ਮਹਾਰਾਸ਼ਟਰ ਤੋਂ ਵੀ ਕਾਫਲਾ ਤੁਰਿਆ ਹੋਇਆ। ਉਹ ਵੀ ਤਕਰੀਬਨ ਪਹੁੰਚਣ ਵਾਲਾ, ਰਾਹਾਂ 'ਚ ਬਥੇਰੀਆਂ ਉਹਨਾਂ ਨੂੰ ਰੁਕਾਵਟਾਂ ਖੜੀਆਂ ਕਰ ਰਹੇ ਆ। ਰਾਹ 'ਚ ਆਉਂਦੇ ਜਿਹੜੇ ਸਟੇਟ ਆ ਉਹ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਟੇਟ ਆ, ਉੱਥੋਂ ਲੰਘ ਕੇ ਆਉਣਾ ਕਿਹੜਾ ਸੌਖਾ, ਸਾਡੇ ਲਈ ਲੰਘ ਕੇ ਜਾਣਾ ਕਿਹੜਾ ਸੌਖਾ ਸੀਗਾ। ਜੇ ਹੁੰਦੀ ਉੱਥੇ ਹਰਿਆਣੇ 'ਚ ਹੋਰ ਸਰਕਾਰ ਤਾਂ ਕਿਸੇ ਨੇ ਕੁਝ ਨਹੀਂ ਸੀ ਕਹਿਣਾ। ਸੋ ਉੱਥੋਂ ਉਹ ਕਾਫਲੇ ਤੁਰੇ ਹੋਏ ਆ, ਕੋਈ ਮੱਧ ਪ੍ਰਦੇਸ਼ ਤੋਂ ਤੁਰਿਆ ਆ, ਕੋਈ ਬਿਹਾਰ ਤੋਂ ਤੁਰਿਆ ਆ, ਕੋਈ ਬੰਗਾਲ ਤੋਂ ਤੁਰਿਆ ਆ, ਕੇਰਲ, ਕਰਨਾਟਕ ਤੋਂ ਵੀ ਕਾਫਲੇ ਆ ਰਹੇ ਆ। ਇਹ ਗੱਲ ਇਸ ਕਰਕੇ ਮੈਂ ਕਰ ਰਿਹਾ ਕਿਉਂਕਿ ਪਿਛਲੇ ਦਿਨੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕੇਂਦਰ ਨੂੰ ਬਈ ਇਹ ਜਿਹੜਾ ਅੰਦੋਲਨ ਆ ਇਹ ਕੌਮੀ ਬਣਦਾ ਜਾ ਰਿਹਾ। ਜਦੋਂ ਕੌਮੀ ਬਣਦਾ ਜਾ ਰਿਹਾ ਕਹਿਣਾ ਇਹ ਬਹੁਤ ਵੱਡਾ ਮਾਇਨੇ ਰੱਖਦਾ ਵੀ ਇਹਨੂੰ ਜਿੰਨਾ ਜਲਦੀ ਅਰਜੈਂਟਲੀ ਕਿਹਾ ਜਿੰਨਾ ਜਲਦੀ ਇਹਦਾ ਹੱਲ ਕੱਢਿਆ ਜਾਵੇ ਉਨਾ ਚੰਗਾ ਆ। ਪਰ ਉਹ ਸਰਕਾਰ ਦੇ ਹਜੇ ਤੱਕ ਮੈਨੂੰ ਲੱਗਦਾ ਵੀ ਅਦਾਲਤ ਦੀ ਕਹੀ ਗੱਲ ਵੀ ਕੰਨ ਤੇ ਜੂ ਨਹੀਂ ਸਰਕੀ। ਹੁਣ ਉਹ ਅੰਦੋਲਨ ਦਾ ਰੂਪ ਇਹ ਆ ਵੀ ਜਿਹੜਾ ਮਹਾਰਾਸ਼ਟਰ ਦੇ ਵਿੱਚ ਕਿਸਾਨ ਮਹਾਸਭਾ ਆ, ਉਹ ਸਭ ਤੋਂ ਵੱਡੀ ਸਭਾ, ਜਿੱਦਾਂ ਆਪਣੇ ਇੱਥੇ ਭਾਰਤੀ ਕਿਸਾਨ ਯੂਨੀਅਨ ਇੱਕ ਲਾ ਲਓ, ਉਹ ਸਭ ਤੋਂ ਵੱਡੀ ਸਭਾ ਆ। ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਉੱਥੋਂ ਲੈ ਕੇ ਤੁਰੇ ਹੋਆ। ਫਿਰ ਇਧਰੋਂ ਜੇ ਪੰਜਾਬ ਤੇ ਹਰਿਆਣੇ 'ਚ 25, 26, 27 ਨੂੰ ਟੋਲ ਜਿਹੜੇ ਹਰਿਆਣੇ ਫ੍ਰੀ ਕਰਨੇ ਆ, ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿਉਂਕਿ ਸਰਕਾਰ ਉੱਥੇ ਬੀਜੇਪੀ ਦੀ ਆ ਤੇ ਉਹਨਾਂ ਨੇ ਇਹੋ ਜਿਹਾ ਕਰਨ ਨਹੀਂ ਦੇਣਾ, ਟਕਰਾਅ ਪੈਦਾ ਹੋਊਗਾ। ਉਹਨਾਂ ਦੀ ਸਹਾਇਤਾ ਲਈ ਪੰਜਾਬ 'ਚੋਂ 30, 35, 40 ਹਜ਼ਾਰ ਦਾ ਜਿਹੜਾ ਕਿਸਾਨਾਂ ਦਾ ਨਵਾਂ ਜਥਾ, ਜਿਹੜੇ ਬਾਰਡਰਾਂ ਤੇ ਧਰਨਿਆਂ 'ਚ ਮੋਰਚਿਆਂ ਤੇ ਬੈਠੇ ਉਹ ਹੈਗੇ ਆ, ਨਵਾਂ ਜਥਾ ਹੋਰ ਉਹਨਾਂ ਦੀ ਮਦਦ ਲਈ, ਉਹਨਾਂ ਦੇ ਸਮਰਥਨ ਲਈ ਕੱਲ ਪਰਸੋਂ 3 ਦਿਨ ਜਿਹੜਾ ਉੱਥੇ ਜਾਊਗਾ। ਸੋ ਇਹ ਜਿਹੜਾ ਦਾਇਰਾ ਆ ਇਹ ਕਿਸਾਨ ਅੰਦੋਲਨ ਦਾ ਬਹੁਤ ਹੀ ਵੱਡੀ ਪੱਧਰ ਤੇ ਫੈਲ ਰਿਹਾ ਹੈ। ਸੋ ਇਹਨੂੰ ਜੋਸ਼ ਔਰ ਜਜ਼ਬੇ ਦੇ ਨਾਲ ਨਾਲ ਹੋਸ਼ ਤੋਂ ਵੀ ਕੰਮ ਲੈ ਰਿਹਾ, ਜਿਹੜਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ। ਇਹ ਆਪਣੇ ਆਪ 'ਚ ਇਤਿਹਾਸਕ ਹੈ। ਇਹ ਇਤਿਹਾਸਕ ਤਾਂ ਹੈ, ਪਰ ਜ਼ਿਆਦਾ ਦੇਰ ਹੋ ਗਈ ਤੇ ਫਿਰ ਸੰਭਾਲਣਾ ਔਖਾ ਵੀ ਹੋ ਸਕਦਾ ਹੈ ਨਾ। ਬਿਲਕੁਲ ਜੀ, ਐਡੇ ਵੱਡੇ ਇਕੱਠ ਨੂੰ ਸੰਭਾਲਣਾ ਉਹਨਾਂ ਆਗੂਆਂ ਦੇ ਵੱਸ ਦੀ ਗੱਲ ਵੀ ਹੈ ਨਹੀਂ। ਪਰ ਮੈਂ ਆਪ ਜਾ ਕੇ ਦੇਖਿਆ ਉੱਥੇ ਜਿਹੜੇ ਹੁਣ ਨੌਜਵਾਨ ਪੀੜ੍ਹੀ ਹੈ ਨਾ, ਜਿਨ੍ਹਾਂ ਨੂੰ ਆਮ ਹੀ ਨਸ਼ੇੜੀ ਕਹਿ ਕੇ ਪ੍ਰਚਾਰਿਆ ਗਿਆ ਸੀ, ਬਹੁਤ ਜ਼ਿਆਦਾ ਬਦਨਾਮ ਕੀਤਾ ਗਿਆ ਸੀ, ਉਹਨਾਂ ਨੇ ਵੀ ਐਸੀਆਂ ਡਿਊਟੀਆਂ ਸੰਭਾਲੀਆਂ ਨਾ। ਕੋਈ ਤਾਂ ਰਾਤ ਨੂੰ ਪਹਿਰਾ ਦੇ ਰਿਹਾ ਆਲੇ ਦੁਆਲੇ ਕਿ ਕਿਸੇ ਤਰ੍ਹਾਂ ਦੀ ਹਰਕਤ ਨਾ ਕਰ ਜਾਏ ਕੋਈ, ਤੇ ਕੋਈ ਟ੍ਰੈਫਿਕ ਨੂੰ ਸੰਭਾਲ ਰਿਹਾ, ਟ੍ਰੈਫਿਕ ਦੀ ਨਿਯਮਬੰਦ ਨੂੰ ਆਪ ਖੜ ਕੇ ਉੱਥੇ ਬਈ ਇੱਥੋਂ ਇੱਕ ਲਾਈਨ ਜਾਣੀ ਆ, ਦੂਜੀ ਨਹੀਂ ਹੋਣ ਦੇਣੀ, ਉਹ ਲਾਈਨਾਂ ਤਾਂ ਚੱਲ ਰਹੀਆਂ। ਪੁਲਿਸ ਦਾ ਕੰਮ ਹੈ, ਪੁਲਿਸ ਉੱਥੇ ਕਿਤੇ ਨਹੀਂ ਹੈਗੀ ਆ। ਸੋ ਉਹ ਜਿਹੜੇ ਇਸ ਨਿਯਮਬੱਧ ਤਰੀਕੇ ਨਾਲ ਬਹੁਤ ਹੀ ਪਲੈਨਿੰਗ ਨਾਲ ਚੱਲ ਰਿਹਾ ਹੈ ਅੰਦੋਲਨ। ਮੰਜ਼ਿਲ ਮਿਲੇ ਜਾਂ ਨਾ ਮਿਲੇ ਉਹ ਕੱਲ ਦੀ ਗੱਲ ਆ, ਇਹਨਾਂ ਦਾ ਮਸਲਾ ਹੱਲ ਹੋਵੇ ਜਾਂ ਨਾ ਹੋਵੇ, ਪਰ ਇਹਨਾਂ ਨੇ ਕਿਸਾਨਾਂ ਨੇ ਪੂਰੀ ਦੁਨੀਆ ਦੇ ਵਿੱਚ ਐਸੀ ਜਾਗਰੂਕਤਾ ਫੈਲਾਈ ਆ। ਮੈਂ ਇਹਦੇ ਨਾਲ ਇੱਕ ਗੱਲ ਕਹਿਣੀ ਚਾਹੂੰਗਾ ਕਿ ਸ਼੍ਰੋਮਣੀ ਕਮੇਟੀ ਸਾਡੀ ਜਿਹੜੀ ਸਿਰਮੌਰ ਸੰਸਥਾ ਆ, ਉਹਨਾਂ ਨੇ ਉਹਨਾਂ ਪ੍ਰਚਾਰ ਨਹੀਂ ਪੰਜਾਬੀ ਔਰ ਸਿੱਖੀ ਦਾ ਕੀਤਾ ਜਿੰਨਾ ਇਸ ਕਿਸਾਨ ਅੰਦੋਲਨ ਨੇ ਇਹਨਾਂ ਮਹੀਨੇ ਦੇ ਵਿੱਚ ਹੀ ਕਰ ਦਿੱਤਾ। ਇਹ ਆਪਣੇ ਆਪ 'ਚ ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ ਆ। ਬਿਲਕੁਲ। ਤੇ ਸਿੱਖੀ ਤੋਂ ਮੈਨੂੰ ਯਾਦ ਆਇਆ ਵੀ ਲੋਕ ਸਮਝਦੇ ਸੀ ਕਿ ਜਿਹੜੇ ਸਰਦਾਰ ਨੇ ਨਾ ਉਹ ਸਿਰਫ ਨੱਚਣ ਗਾਣਾ ਤੇ ਖਾਣ ਪੀਣ ਜਾਣਦੇ। ਕਹਿੰਦੇ ਅਸੀਂ ਇਸ ਅੰਦੋਲਨ ਨੂੰ ਵੇਖ ਕੇ ਉਹਨਾਂ ਨੂੰ ਬਹੁਤ ਨੇੜਿਓਂ ਵੇਖਿਆ ਤੇ ਇੰਜ ਮਹਿਸੂਸ ਹੋਇਆ ਹੈ ਕਿ ਸਰਦਾਰ ਤਾਂ ਸੱਚਮੁੱਚ ਰੱਬ ਦਾ ਹੀ ਦੂਜਾ ਰੂਪ ਨੇ। ਖਾਣ ਪੀਣ ਨੂੰ ਖੁੱਲ੍ਹਾ ਵੰਡ ਰਹੇ ਨੇ, ਬਿਨਾਂ ਕਿਸੇ ਜਾਤ ਪਾਤ ਭੇਦਭਾਵ ਤੋਂ ਹਰ ਇੱਕ ਦਾ ਸਤਿਕਾਰ ਕਰ ਰਹੇ ਨੇ। ਇਹ ਸਤਿਕਾਰ ਜਿਹੜਾ ਵੇਖ ਕੇ ਉਹਨਾਂ ਦੇ ਮਨ 'ਚ ਚਾਹ ਪੈਦਾ ਹੋਇਆ। ਮੈਨੂੰ ਲੱਗਦਾ ਹੈ ਕਿ ਇਹ ਉਮਰਾਂ ਤੱਕ ਰਵੇ ਇਸੇ ਤਰ੍ਹਾਂ। ਬਿਲਕੁਲ ਜੀ, ਇਹ ਯਾਦ ਰਹੂਗਾ। ਉੱਥੋਂ ਦੇ ਆਲੇ ਦੁਆਲੇ ਦੇ ਲੋਕ ਹੀ ਜਿਹੜੇ ਉੱਥੇ ਹਰ ਪਾਸੇ ਸਰਦਾਰ ਜੀ ਹੋ ਰਹੀ ਆ। ਕੇਵਲ ਇੱਥੇ ਹੀ ਨਹੀਂ, ਜੇ ਤੁਸੀਂ ਗੱਲ ਕਰੀਏ ਪੰਜਾਬੀ ਦੀ ਜਾਂ ਸਿੱਖਾਂ ਦੀ, ਤਾਂ ਇਸ ਵੇਲੇ
ਇੰਗਲੈਂਡ ਔਰ ਫਰਾਂਸ ਦੇ ਬਾਰਡਰ ਦੇ ਉੱਤੇ 1500 ਤੋਂ ਲੈ ਕੇ 2000 ਟਰੱਕ ਫਸਿਆ, ਕਿਉਂਕਿ ਕਰੋਨਾ ਦੀ ਨਵੀਂ ਜਿਹੜੀ ਰੂਪ ਆਇਆ ਉਹਦੇ ਕਰਕੇ ਫਰਾਂਸ ਨੇ ਬਾਰਡਰ ਬੰਦ ਕਰਤਾ ਸੀਗਾ। ਉਹ 1.5-2000 ਟਰੱਕ ਜਿਹੜਾ ਫਸਿਆ ਹੋਇਆ 2 ਦਿਨਾਂ ਲਈ, ਉਹਨਾਂ ਲਈ ਵੀ ਲੰਗਰ ਲੈ ਕੇ ਸਾਡਾ ਪੰਜਾਬੀ ਭਾਈਚਾਰਾ ਪਹੁੰਚ ਗਿਆ ਜੀ, ਸਿੱਖ ਭਾਈਚਾਰਾ ਉੱਥੇ ਪਹੁੰਚ ਗਿਆ। ਇਹ ਇੱਕ ਕਿਸਮ ਨਾਲ ਵੱਡੀ ਗੱਲ ਆ। ਹਰੇਕ ਦੁਨੀਆ ਦੇ ਕਿਤੇ ਵੀ ਹੋਵੇ, ਕੋਈ ਵੀ ਤਰਾਸਦੀ ਆ ਜਾਵੇ, ਕੁਦਰਤੀ ਆਫਤ ਆ ਜਾਵੇ, ਸਾਡਾ ਭਾਈਚਾਰਾ ਜਿਹੜਾ ਕਦੇ ਪਿੱਛੇ ਨਹੀਂ ਹਟਿਆ। ਇਸੇ ਗੱਲ ਨੂੰ ਲੈ ਕੇ ਜਿਹੜੀ ਵਾਹ-ਵਾਹ ਹੋ ਰਹੀ ਆ, ਉਹ ਇਸ ਅੰਦੋਲਨ ਦੀ ਤਰਜ਼ ਤੇ ਵੀ ਹੋ ਰਹੀ ਆ। ਤੇ ਇਸ ਅੰਦੋਲਨ ਨੇ ਲੋਕਾਂ ਨੂੰ ਦਿਖਾ ਦਿੱਤਾ ਵੀ ਇਹ ਤਾਂ ਬੰਦੇ ਕਿਸੇ ਨੂੰ ਭੁੱਖਾ ਮਰਨ ਦੇਣਗੇ ਨਹੀਂ ਕਦੀ ਵੀ। ਇਹ ਆਪਣਾ ਹੀ ਇਹਨਾਂ ਦਾ ਪ੍ਰਬੰਧ ਇੰਨਾ ਆ ਤੇ ਕਿਸੇ ਨੂੰ ਕਿੱਥੇ ਭੁੱਖਾ ਮਰ ਦੇਣਗੇ। ਤੁਸੀਂ ਦੇਖੋ ਵੀ ਇੱਕ ਬੰਦਾ ਕਹਿ ਰਿਹਾ ਸੀਗਾ ਵੀ ਅੱਜ ਤੇ ਯਾਰ ਭੁੱਖ ਹੜਤਾਲ ਆ, ਤੂੰ ਆਟਾ ਕਿਉਂ ਗੁੰਨ ਰਿਹਾ? ਉਹ ਕਹਿੰਦੇ ਭੁੱਖ ਹੜਤਾਲ ਸਾਡੀ ਆ, ਜਿਹੜੇ ਆਲੇ ਦੁਆਲੇ ਦੇ ਲੋਕ ਬੈਠੇ ਉਹ ਕਿੱਥੇ ਜਾਣਗੇ? ਸੋ ਆਲੇ ਦੁਆਲੇ ਦੇ ਲੋਕਾਂ ਦੀ ਟੇਕ ਵੀ ਇਹਨਾਂ ਤੇ ਆ ਗਈ ਆ ਵੀ ਅਸੀਂ ਲੰਗਰ ਰੋਜ਼ਾਨਾ ਚੱਲਦਾ। ਉਹਨਾਂ ਲਈ ਤਾਂ ਇਹੀ ਆ ਵੀ ਇਹ ਅੰਦੋਲਨ ਨਾ ਖਤਮ ਹੋਵੇ, ਪਰ ਰੱਬ ਸੁੱਖ ਰੱਖੇ ਜਲਦੀ ਖਤਮ ਹੋ ਜਾਏ, ਸੁਖਾਵੇਂ ਦੌਰ ਤੇ ਖਤਮ ਹੋ ਜਾਵੇ ਜੀ। ਤੇ ਅੰਦੋਲਨ ਇੱਕ ਪਾਸੇ ਤੋਂ ਉੱਥੇ ਭਖਿਆ, ਪੰਜਾਬ 'ਚ ਵੀ ਵੱਖ-ਵੱਖ ਥਾਈਂ ਧਰਨੇ ਲੱਗੇ ਹੋਏ ਨੇ ਜੀ। ਤੇ ਆਮ ਲੋਕ ਜਿਹੜੇ ਕਿਸਾਨ ਨੇ, ਉਹ ਵੱਡੀਆਂ ਸਨਅਤਕਾਰਾਂ ਜਾਂ ਕਾਰਪੋਰੇਟ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਦੇ ਹਾਂ, ਉਹਨਾਂ ਦੇ ਨੈਟਵਰਕ ਉਹਨਾਂ ਨੇ ਬੰਦ ਕਰ ਦਿੱਤੇ। ਤੇ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਬਿਜਲੀ ਦੇ ਖੰਭੇ ਜਿਹੜੇ ਉਹਨਾਂ ਦੇ ਲੱਗੇ ਹੋਏ ਨੇ ਉਹ ਵੀ ਉਹਨਾਂ ਨੇ ਤੋੜਨੇ ਸ਼ੁਰੂ ਕਰ ਦਿੱਤੇ, ਬੰਦ ਕਰ ਦਿੱਤੇ। ਤੇ ਉਹਨਾਂ ਨੇ ਪੁਲਿਸ ਨੂੰ ਸਹਾਇਤਾ ਲਈ ਅਪੀਲ ਕੀਤੀ ਹੈ। ਤੇ ਦੂਜੇ ਪਾਸੇ ਜਿਹੜੇ ਸਾਈਲੋ ਬਣ ਰਹੇ ਨੇ ਵੱਡੇ ਵੱਡੇ, ਉਹਨਾਂ ਨੂੰ ਵੀ ਬਣਾਉਣ ਤੋਂ ਅੱਗੇ ਵਧਣ ਤੋਂ ਰੋਕਦੇ ਰਹੇ ਨੇ। ਇਹ ਸਾਰਾ ਪੰਜਾਬ 'ਚ ਚੱਲ ਰਿਹਾ ਜੀ। ਬਿਲਕੁਲ, ਇਹ ਤੁਹਾਡੀ ਗੱਲ ਸਹੀ ਆ। ਇਹ ਬਾਈਕਾਟ ਦਾ ਸੱਦਾ ਤੁਸੀਂ ਆਪ ਹੀ ਸੋਸ਼ਲ ਮੀਡੀਆ ਦੇਖਿਆ ਹੋਣਾ। ਦੇਖੋ, ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੇ ਵਿੱਚ ਇਹਦੇ ਵਿੱਚ ਇਨਵੋਲਵ ਆ, ਉਹਨਾਂ ਪ੍ਰਤੀ ਕਿਸਾਨਾਂ ਨੂੰ ਤਾਂ ਗੁੱਸਾ ਸੀਗਾ ਹੀ। ਜਦੋਂ ਇਸ ਕਦਰ ਅੰਦੋਲਨ ਫੈਲਿਆ ਨਾ, ਉਹਨਾਂ ਪ੍ਰਤੀ ਬਾਕੀ ਵਰਗ ਦੇ ਲੋਕਾਂ ਦੇ ਵਿੱਚ ਵੀ ਗੁੱਸਾ ਫੈਲ ਗਿਆ ਜੀ। ਜੇ ਅੰਦਾਜ਼ਾ ਦੱਸਿਆ ਜਾਵਾਂ ਤਾਂ ਘੱਟੋ ਘੱਟ 1.5-2 ਕਰੋੜ ਜਿਹੜੇ ਆ ਜੀਓ ਦੇ ਸਿਮ ਪੋਰਟ ਹੋ ਗਏ ਆ। ਪੋਰਟ ਮਤਲਬ ਉਹਨਾਂ ਨੇ ਨੰਬਰ ਉਹੀ ਰੱਖੇ ਆ ਤੇ ਨੈਟਵਰਕ ਹੋਰ ਚੁਣ ਲਿਆ। ਹੁਣ ਗੱਲ ਆ ਗਈ ਆ ਵੀ ਟਾਵਰਾਂ ਦੀ। ਹੁਣ ਆਪਾਂ ਰੋਜ਼ਾਨਾ ਇਹ ਖਬਰਾਂ ਪੜ੍ਹਦੇ ਹਾਂ ਵੀ ਥਾਂ ਤੇ ਜੀਓ ਦੇ ਜਿਹੜੇ ਟਾਵਰ ਲੱਗੇ ਆ, ਕਿਸੇ ਦੀ ਬਿਜਲੀ ਕੱਟ ਦਿੱਤੀ ਜਾਂਦੀ ਆ, ਕਿਸੇ ਦਾ ਸ਼ਟਰ ਬੰਦ ਕਰ ਦਿੱਤਾ ਜਾਂਦਾ ਹੋਇਆ। ਉਹ ਗੁੱਸਾ ਇਸ ਕਦਰ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਨਾਲ ਆ, ਇਹਨਾਂ ਨੂੰ ਲੈ ਕੇ ਆ। ਕਿਉਂਕਿ ਖੇਤੀ ਕਾਨੂੰਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦਾ ਇਹ ਕਹਿਣਾ ਸੀਗਾ, ਕਿਸਾਨ ਭਰਾਵਾਂ ਦਾ, ਸਾਡਿਆਂ ਦਾ, ਬਈ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਮੁੱਖ ਰੱਖ ਕੇ ਹੀ ਬਣਾਏ ਆ। ਔਰ ਕਾਰਪੋਰੇਟ ਘਰਾਣੇ 2 ਹੀ ਆ ਵੱਡੇ, ਜਿਹਨਾਂ ਨੂੰ ਲੈ ਕੇ ਸਰਕਾਰ ਤੋਈ ਹੋਈ ਆ। ਇੱਥੋਂ ਤੱਕ ਕਿ ਉਹਨਾਂ ਨੂੰ ਹੁਣ ਸਪਸ਼ਟੀਕਰਨ ਵੀ ਦੇਣਾ ਪੈ ਰਿਹਾ, ਪੁਲਿਸ ਦੀ ਮਦਦ ਵੀ ਲੈਣੀ ਪੈ ਰਹੀ ਆ। ਪੁਲਿਸ ਨੂੰ ਉਹਨਾਂ ਨੇ ਇੱਕ ਬਹਾਨਾ ਜਿਹਾ ਬਣਾ ਕੇ ਦੱਸਿਆ ਭਈ ਦੇਖੋ, ਜੇ ਤਾਂ ਜੀਓ ਦੇ ਜਿਹੜੇ ਟਾਵਰ ਆ ਉਹ ਖਰਾਬ ਕਰੂੰਗੇ ਜਾਂ ਤੋੜ ਦੂੰਗੇ ਜਾਂ ਇਹਨਾਂ ਦੀ ਬਿਜਲੀ ਬੰਦ ਕਰ ਦੂੰਗੇ ਤਾਂ ਫਿਰ ਜਿਹੜੇ ਬੱਚੇ ਪੜ੍ਹਾਈ ਕਰਦੇ ਆ ਆਨਲਾਈਨ, ਉਹਨਾਂ ਦਾ ਕੀ ਬਣੂਗਾ? ਤੇ ਇਹਨਾਂ ਨੂੰ ਇਹ ਦੱਸਿਆ ਜਾਣੇ ਵੀ ਬੱਚੇ ਤਾਂ ਵਿਚਾਰੇ ਵੱਡੀ ਗਿਣਤੀ ਜੇ ਤੁਹਾਡੇ ਸਿੰਘੂ ਬਾਰਡਰ ਤੇ ਪੜ੍ਹਾਈ ਕਰ ਰਹੇ ਆ ਤੇ ਉੱਥੇ ਵੀ ਤੇ ਪੜ੍ਹਾਈ ਕਰਦੇ ਆ। ਮਤਲਬ ਕਹਿਣ ਦਾ ਵੀ ਹੁਣ ਉਹ ਜਿਹੜਾ ਗੁੱਸਾ ਆ ਕਾਰਪੋਰੇਟ ਘਰਾਣਿਆਂ ਵੱਲ ਨੂੰ ਤੁਰਿਆ ਹੋਇਆ, ਪਹਿਲਾਂ ਵੀ ਸੀਗਾ। ਤੁਸੀਂ ਦੇਖਿਓ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਗਰੋਸਰੀ ਸਟੋਰ ਆ, ਜ਼ਿਆਦਾਤਰ ਜਿਹੜੇ ਪੰਜਾਬੀਆਂ ਦੇ ਆ, ਉਹਨਾਂ ਨੇ ਵੀ ਬਾਹਰ ਲਿਖ ਕੇ ਲਾਤਾ ਇਹਨਾਂ 2 ਕਾਰਪੋਰੇਟ ਘਰਾਣਿਆਂ ਦੇ ਜਿਹੜੀਆਂ ਚੀਜ਼ਾਂ ਪ੍ਰੋਡਕਟ ਆ ਉਹ ਸਾਡੇ ਕੋਲ ਨਹੀਂ ਮਿਲਣਗੀਆਂ ਜੀ। ਅਵਤਾਰ ਜੀ, ਬੜੀ ਸੋਹਣੀ ਆਪਣੀ ਚਰਚਾ ਚੱਲ ਰਹੀ ਸੀ ਤੇ ਆਪਾਂ ਹੁਣ ਗੱਲ ਕਰਾਂਗੇ ਅੱਗੇ। ਪ੍ਰਧਾਨ ਮੰਤਰੀ ਜਿਹੜੇ ਅੱਜ 18,000 ਕਰੋੜ ਰੁਪਏ ਵੰਡਣ ਵਾਲੇ ਨੇ, ਕਿੱਥੇ ਵੰਡੇ ਜਾਣੇ ਨੇ, ਕਿਉਂ ਵੰਡੇ ਜਾ ਰਹੇ ਨੇ, ਇਸ ਬਾਰੇ ਗੱਲ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਅਵਤਾਰ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਨੇ ਅੱਜ 18,000 ਕਰੋੜ ਰੁਪਏ ਵੰਡਣੇ ਨੇ, ਆਣੇ ਤੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੈ ਜੀ। ਇਹ ਅਸਲ ਦੇ ਵਿੱਚ ਪੁਰਾਣੀ ਹੀ ਕਹਾਣੀ ਹੈ ਕਿ ਕੁਝ ਨਵਾਂ ਹੈ ਇਹਦੇ 'ਚ? ਨਹੀਂ, ਇਹ ਪੁਰਾਣੀ ਹੀ ਕਹਾਣੀ ਆ, ਪਰ ਇਹਨੂੰ ਇਸ ਵੇਲੇ ਹਾਈਪ ਕੀਤਾ ਜਾ ਰਿਹਾ, ਪ੍ਰਚਾਰਿਆ ਜਾ ਰਿਹਾ ਬਹੁਤ। ਕਾਰਨ ਉਹੀ ਆ ਕਿਸਾਨ ਅੰਦੋਲਨ ਜੀ। ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਯੋਜਨਾ ਬਣਾਈ ਸੀਗੀ ਕਿਸਾਨਾਂ ਲਈ, ਬਈ ਉਹ 2-2 ਹਜ਼ਾਰ ਰੁਪਏ ਹਰ 6 ਮਹੀਨੇ ਬਾਅਦ ਉਹਨਾਂ ਦੇ ਖਾਤੇ ਜਾਇਆ ਕਰਨਗੇ। ਪੈਂਦੇ ਆਏ ਆ ਛੋਟੇ ਕਿਸਾਨਾਂ ਦੇ ਹਰੇਕ ਦੇ। ਉਹਨਾਂ ਨੇ ਨਾ ਮਾਪਦੰਡ ਰੱਖਿਆ ਹੋਇਆ, ਫਾਰਮ ਭਰਾਏ ਹੋਏ, ਆਨਲਾਈਨ ਚੱਲਦਾ ਪਿਆ, ਸਾਰਾ ਕੁਝ ਦੇਖ ਕੇ ਉਹ ਉਹਨਾਂ ਦੇ ਖਾਤਿਆਂ 'ਚ ਜਾਂਦੇ ਸੀਗੇ। ਇਹ 7ਵੀਂ ਕਿਸ਼ਤ ਆਉਣੀ ਆ, ਪਰ ਇਹਨਾਂ ਨੂੰ ਪ੍ਰਚਾਰ ਇਦਾਂ ਰਿਹਾ ਵੀ ਜਿੱਦਾਂ 18,000 ਕਰੋੜ ਇਹਨਾਂ ਨੇ ਹੁਣ ਦੇਣਾ ਆ। ਜਦ ਤੁਸੀਂ ਉਹਦੇ ਲਈ ਫੰਡ ਪਹਿਲਾਂ ਹੀ ਰੱਖਿਆ ਹੋਇਆ, ਬਜਟ ਵਿੱਚ ਵੀ ਰੱਖਿਆ, ਜਦੋਂ ਯੋਜਨਾ ਬਣਾਈ ਉਹਦੇ ਲਈ ਵੀ ਰੱਖਿਆ, ਤਾਂ ਉਸ ਯੋਜਨਾ ਦੇ ਤਹਿਤ ਹੀ ਪੈਸੇ ਆਉਣੇ ਆ, ਕੋਈ ਨਵੇਂ ਤਾਂ ਦੇਣੇ ਨਹੀਂ। ਜਾਂ ਤਾਂ ਕੋਈ ਨਵਾਂ ਤੁਸੀਂ ਦੇ ਦਿੱਤਾ, ਤੇ ਜੇ ਉਸ ਯੋਜਨਾ ਤਹਿਤ ਪਹਿਲਾਂ ਚੱਲੀ ਆ ਰਹੀ ਕੜੀ ਨੂੰ ਅੱਗੇ ਤੋਰਨਾ ਆ ਤਾਂ ਹੁਣ ਐਡਾ ਉਹਨੂੰ ਪ੍ਰਚਾਰਨ ਦੀ ਲੋੜ ਨਹੀਂ ਸੀਗੀ, ਕਿਉਂਕਿ 2-2 ਹਜ਼ਾਰ ਜਿਹੜੇ ਆਉਂਦੇ ਆ ਉਹ ਕਿਸਾਨਾਂ ਨੂੰ ਪਹਿਲਾਂ ਵੀ ਆ ਰਹੇ ਆ। ਪਰ ਉਹਦੇ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ 2,000 ਹੁੰਦਾ ਕੀ ਆ? 2,000 ਕੁਝ ਵੀ ਨਹੀਂ ਹੁੰਦਾ, ਔਰ ਉਹ ਵੀ ਕਿਸਾਨਾਂ ਲਈ।
ਇੰਨਾ ਕੁ ਤਾਂ ਉਹ ਮੈਨੂੰ ਲੱਗਦਾ ਇੱਕ ਜੇ ਕਿਤੇ ਕਾਮਾ ਲਾਇਆ ਹੋਵੇ ਕੰਮ ਘਰ ਦੇ ਵਿੱਚ ਜਾਂ ਕਿਤੇ ਹੋਰ ਤਾਂ ਉਹਦੀ ਤਨਖਾਹ ਤਾਂ ਉਹ ਇਕੱਲਾ 2000 ਉਹੀ ਕਾਮਾ ਹੀ ਲੈ ਜਾਂਦਾ। ਬਿਲਕੁਲ ਸਹੀ। ਤੇ ਇਹ 2000 ਨਾਲ ਵਿਚਾਰੇ ਕਿਸਾਨਾਂ ਦਾ ਕੀ ਬਣਦਾ ਹੋਊਗਾ। ਖੈਰ ਚਲੋ ਸਰਕਾਰ ਨੇ ਕੁਛ ਨਾ ਕੁਛ ਕਰਨ ਲਈ, ਕੁਛ ਨਾ ਕੁਛ ਦਿਖਾਉਣ ਲਈ ਇਸ ਤਰੀਕੇ ਨਾਲ ਕਰਨਾ ਹੁੰਦਾ। ਸੋ ਇਹ ਪ੍ਰਚਾਰ ਹੀ ਆ ਉਹਨਾਂ ਦਾ, ਪੁਰਾਣਾ ਚੱਲਣ ਆਉਂਦਾ, ਨਵਾਂ ਇਹਦੇ ਵਿੱਚ ਕੁਛ ਨਹੀਂ ਹੈਗਾ। ਠੀਕ ਆ, ਉਹਨਾਂ ਨੇ ਪਹਿਲਾਂ ਗੁਜਰਾਤ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀਗੀ, ਪੰਜਾਬ ਦੇ ਕਿਸਾਨਾਂ ਨੂੰ ਛੱਡ ਕੇ, ਫਿਰ ਉਹਨਾਂ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਵਰਚੁਅਲ ਗੱਲ ਕੀਤੀ, ਫਿਰ ਹੁਣ ਉਹਨਾਂ ਨੇ ਯੂਪੀ ਦੇ ਕਿਸਾਨਾਂ ਨਾਲ 25 ਦਸੰਬਰ ਕੱਲ੍ਹ ਨੂੰ ਉਹਨਾਂ ਨੂੰ ਕਰਨੀ ਆ ਵਰਚੁਅਲ ਗੱਲਬਾਤ। ਗੱਲ ਉੱਥੇ ਹੀ ਆ ਪਏ, ਉਹਨਾਂ ਨੇ ਕਿਸਾਨਾਂ ਨੂੰ ਜਿਹੜੇ ਉੱਥੋਂ ਦੇ ਆ ਉਹਨਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਖੇਤੀ ਕਾਨੂੰਨਾਂ ਨਾਲ। ਜਿਨ੍ਹਾਂ ਨੂੰ ਮਤਲਬ ਹੈ ਉਹਨਾਂ ਨਾਲ ਗੱਲ ਨਹੀਂ ਕਰਨੀ, ਜਿਨ੍ਹਾਂ ਨੂੰ ਨਹੀਂ ਮਤਲਬ ਹੈ ਉਹਨਾਂ ਨਾਲ ਗੱਲ ਕਰਨੀ ਉਹਨਾਂ ਨੇ। ਸੋ ਉਹਨਾਂ ਨਾਲ ਮਤਲਬ ਕੋਈ ਨਹੀਂ ਹੈਗਾ, ਪਰ ਉਹਨਾਂ ਦੇ ਕੋਲ ਖੇਤੀ ਕਾਨੂੰਨਾਂ ਦੇ ਫਾਇਦੇ ਜ਼ਰੂਰ ਗਿਣਾਉਣੇ ਆ। ਅਕਸਰ ਪ੍ਰਧਾਨ ਮੰਤਰੀ ਗਿਣਾਉਂਦੇ ਆਏ ਇੰਨੇ ਚਿਰ ਦੇ, ਹੁਣ ਵੀ ਇਹਨਾਂ ਨੂੰ ਗਿਣਾਉਣੇ ਆ। ਉਹਨਾਂ ਨੂੰ ਕੋਈ ਮਕਸਦ ਹੈ ਨਹੀਂ ਮਤਲਬ ਇਹਦੇ ਨਾਲ, ਚਾਹੇ ਉਹ ਗਿਣਾਉਣ ਫਾਇਦੇ ਚਾਹੇ ਨਾ ਗਿਣਾਉਣ, ਕਿਉਂਕਿ ਨਾ ਤਾਂ ਉਹਨਾਂ ਕੋਲ MSP ਆ ਤੇ ਨਾ ਹੀ ਮੰਡੀ ਆ, ਖਤਮ ਹੈ ਸਾਰਾ ਕੁਛ ਹੀ। ਇਹ ਚੀਜ਼ਾਂ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ, ਪਰ ਫਾਇਦੇ ਗਿਣਾਈ ਜਾਂਦੇ ਬਾਰ-ਬਾਰ। ਇਸ ਤਰੀਕੇ ਨਾਲ ਮਸਲੇ ਦਾ ਹੱਲ ਦਿਸਣਾ ਨਹੀਂ, ਜਿੰਨੇ ਮਰਜ਼ੀ ਫਾਇਦੇ ਗਿਣਾ ਲਓ। ਇਹਦੇ ਸੋਚਦੇ ਸੀਗੇ ਵੀ ਕਿਸਾਨ ਸ਼ਾਇਦ ਇਹ ਸਮਝ ਨਹੀਂ ਆਊਗੀ ਇਹ ਕਾਨੂੰਨਾਂ ਦੀ, ਪਰ ਹੁਣ ਸੋਚਦੇ ਵੀ ਕਿਸਾਨ ਸਮਝ ਤੋਂ ਵੀ ਗਾਹਾਂ ਲੰਘ ਗਏ, ਵੀ ਉਹ ਇੰਨਾ ਕੁ ਸਮਝ ਗਏ ਆ ਵੀ ਤੁਹਾਡੀ ਰਗ ਤੋਂ ਵਾਕਫ ਹੋ ਗਏ ਆ। ਬਿਲਕੁਲ। ਤੇ 18000 ਕਰੋੜ ਵੰਡੇ ਜਾਣੇ ਆ ਤੇ ਇਧਰ 59 ਕਰੋੜ ਜਿਹੜਾ ਹੈ, 59000 ਕਰੋੜ ਜਿਹੜਾ ਉਹ SC ST ਦਾ ਜਿਹੜਾ ਵਜ਼ੀਫਾ ਸਕੀਮ ਦਾ ਉਹ ਪੈਸਾ ਅਲਾਟ ਕਰ ਦਿੱਤਾ ਗਿਆ। ਜੀ ਦੇਖੋ, ਇਹਦੇ ਵਿੱਚ ਮੈਂ ਕਹਿਣਾ ਚਾਹੂੰਗਾ ਵੀ ਜੇ ਆਪਾਂ ਭੰਡਦੇ ਆ ਸਰਕਾਰ ਨੂੰ ਤੇ ਕੁਛ ਇੱਕ ਮੁੱਦਿਆਂ ਤੇ ਚੰਗੇ ਕੰਮ ਵੀ ਕਰਦੀ ਆ। ਦਲਿਤ ਵਿਦਿਆਰਥੀਆਂ ਦੇ ਜਿਹੜੇ SC ST ਆ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੀਗੀ, ਜਿਹਦੇ ਵਿੱਚ ਪਹਿਲਾਂ ਸੈਂਟਰ ਦਾ ਜਿਹੜਾ ਹਿੱਸਾ ਹੁੰਦਾ ਸੀ 11%, ਇਹਨਾਂ ਨੇ ਹੁਣ 60% ਸੈਂਟਰ ਦਾ ਕਰਤਾ। ਇਹ ਵਧੀਆ ਕੀਤਾ, ਪਰ ਇਹਦਾ ਅਮਲ ਤਾਂ ਹੀ ਸਹੀ ਤਰੀਕੇ ਨਾਲ ਸਕੀਮ ਦਾ ਲਾਗੂ ਹੋ ਸਕਦਾ ਜੇ ਸਹੀ ਹੱਥਾਂ 'ਚ ਪਹੁੰਚੂਗੀ। ਗਰੀਬ ਬੱਚੇ ਜਿਹੜੇ ਆ ਉਹ ਬਹੁਤ ਹੋਣਹਾਰ ਹੁੰਦੇ ਆ, ਮਾਰ ਉਹਨਾਂ ਨੂੰ ਪੈਂਦੀ ਆ ਗਰੀਬੀ ਦੀ। ਉਹ ਵਿਚਾਰੇ 10ਵੀਂ ਪਾਸ ਕਰਕੇ ਅੱਗੇ ਪੜ੍ਹਨਾ ਚਾਹੁੰਦੇ ਹੁੰਦੇ ਆ, ਪਰ ਘਰੇਲੂ ਹਾਲਾਤ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੰਦੇ। ਉਹਨਾਂ ਲਈ ਇਹ ਜਿਹੜੀ ਵਜ਼ੀਫਾ ਸਕੀਮ ਸ਼ੁਰੂ ਕੀਤੀ ਸੀਗੀ, ਪਰ ਜੇ ਥੋੜ੍ਹਾ ਜਿਹਾ ਪਿੱਛੇ ਜਾ ਕੇ ਆਪਾਂ ਦੇਖੀਏ ਤਾਂ ਇਹ ਰਾਜਾਂ ਨੇ ਸਹੀ ਤਰੀਕੇ ਨਾਲ ਇਹਨਾਂ ਵਜ਼ੀਫਾ ਸਕੀਮ ਨੂੰ, ਵਜ਼ੀਫੇ ਨੂੰ ਵੰਡਿਆ ਨਹੀਂ। ਅਸਲ ਵਿਦਿਆਰਥੀਆਂ ਦੇ ਹੱਥਾਂ 'ਚ ਗਈ ਨਹੀਂ। ਜੇ ਸੈਂਟਰ ਤੋਂ ਕੋਈ ਗ੍ਰਾਂਟ ਆਈ ਵੀ ਆ ਤੇ ਆਪਾਂ ਦੇਖਿਆ ਵੀ ਪੰਜਾਬ ਦੇ ਵਿੱਚ ਰੌਲਾ ਪਿਆ ਸੀਗਾ, ਉਹ ਘੁਟਾਲਿਆਂ 'ਚ ਰੁਲ ਗਈ ਆ। 60-65 ਕਰੋੜ ਦਾ ਘੁਟਾਲਾ ਹੋਇਆ ਵੀ ਸੀਗਾ, ਉਹਦਾ ਰੌਲਾ ਰੱਪਾ ਪਿਆ, ਮੰਤਰੀ ਤੱਕ ਗੱਲ ਗਈ, ਕਲੀਨ ਚਿੱਟਾਂ ਲੈ ਕੇ ਜੇਬ 'ਚ ਬੈਠੇ ਹੁੰਦੇ ਉਹ ਦੇ ਵੀ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੇ। ਸੋ ਉਹਨਾਂ ਨੇ ਹੁਣ ਜਿਹੜਾ ਇਹ ਕੀਤਾ ਨਾ ਵੀ 59,000 ਕਰੋੜ ਜਿਹੜਾ ਇਹ ਪ੍ਰਵਾਨਗੀ ਦਿੱਤੀ ਆ ਇਸ ਸਕੀਮ ਵਾਸਤੇ, ਉਹਦੇ ਵਿੱਚ ਹੁਣ 60% ਦੀ ਜਿਹੜੀ ਆ ਉਹ ਕੇਂਦਰ ਦੀ ਜਿਹੜੀ ਹਿੱਸੇਦਾਰੀ ਹੋਊਗੀ। ਮਤਲਬ ਕਹਿਣ ਦਾ ਵੀ ਹੁਣ ਵੱਧ ਤੋਂ ਵੱਧ ਕੇਂਦਰ ਪੈਸੇ ਭੇਜੂਗਾ ਵਜ਼ੀਫਾ ਦੇਣ ਲਈ, ਰਾਜਾਂ ਤੇ ਬਹੁਤਾ ਬੋਝ ਨਹੀਂ ਰਹੂਗਾ। ਅੱਗੇ ਰਾਜ ਸਮਝਦੇ ਸੀ ਸਾਡੇ ਕੋਲ ਫੰਡ ਹੈ ਨਹੀਂ, ਅਸੀਂ ਦੇਣਾ ਨਹੀਂ, ਉਹ ਹੱਥ ਖਿੱਚ ਜਾਂਦੇ ਸੀ ਪਿੱਛੇ, ਤੇ ਬੱਚਾ ਫਿਰ ਉੱਥੇ ਰਹਿ ਜਾਂਦਾ ਸੀ। ਜਿਹਦਾ 1 ਸਾਲ ਖਰਾਬ ਹੋ ਗਿਆ ਉਹ ਅਗਲੇ ਸਾਲ ਮੁੜ ਕੇ ਉਹ ਗੱਲ ਨਹੀਂ ਬਣਦੀ। ਲਗਾਤਾਰ ਰਵਾਨਗੀ ਚੱਲਦਾ ਰਹੇ, ਪੜ੍ਹਾਈ 'ਚ ਚੰਗਾ ਰਹਿੰਦਾ। ਹੁਣ ਜਦੋਂ ਇਹ ਕੇਂਦਰ ਨੇ ਇਹੋ ਜਿਹਾ ਕੰਮ ਕੀਤਾ ਆ, ਦਲਿਤਾਂ ਦੇ ਤੱਕ ਇਹ ਪੈਸਾ ਸਹੀ ਤਰੀਕੇ ਨਾਲ ਪਹੁੰਚੂਗਾ ਤਾਂ ਮੈਨੂੰ ਲੱਗਦਾ ਵੀ ਬੱਚਿਆਂ ਦੇ ਕੰਮ ਆਊਗਾ, ਜੇ ਅਸਲੀ ਹੱਥਾਂ ਵਿੱਚ ਸਹੀ ਤਰੀਕੇ ਨਾਲ ਸਹੀ ਟਾਈਮ ਤੇ ਪਹੁੰਚੇ ਤਾਂ। ਅਵਤਾਰ ਜੀ, ਆਪਾਂ ਦੁਆ ਕਰਦੇ ਹਾਂ ਕਿ ਜਿਹੜੇ ਫੰਡ ਜਾਰੀ ਹੋਏ ਨੇ ਨਾ ਉਹ ਸਹੀ ਹੱਥਾਂ ਤੇ ਲੋੜਵੰਦਾਂ ਤੱਕ ਪਹੁੰਚ ਪਾਣ। ਬਿਲਕੁਲ ਜੀ, ਬਿਲਕੁਲ। ਇਹ ਤੇ ਦੁਆ ਹੈ ਹੀ ਹੈ, ਪਰ ਇਹ ਜਿਹੜੇ ਕਰੋਨਾ ਹੈ ਨਾ, ਇਹਨੇ ਸਾਨੂੰ ਸਾਰਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਹੌਸਲੇ ਭਾਵੇਂ ਅਸੀਂ ਜਿੰਨੇ ਮਰਜ਼ੀ ਬੁਲੰਦ ਰੱਖ ਲਈਏ, ਪਰ ਦੁਨੀਆ ਭਰ ਦੇ ਵਿੱਚ ਕਰੋਨਾ ਨੇ ਹਾਹਾਕਾਰ ਮਚਾ ਦਿੱਤੀ। ਬਿਲਕੁਲ ਜੀ, ਬਿਲਕੁਲ। ਤੇ ਇੱਕ ਪਾਸੇ ਹਿੰਦੁਸਤਾਨ ਦੀ ਗੱਲ ਕਰੀਏ ਤੇ ਖਤਮ ਹੋਣ ਵੱਲ ਹੈ, ਪਰ ਬ੍ਰਿਟੇਨ ਦੇ ਵਿੱਚ ਇੱਕ ਕਰੋਨਾ ਦਾ ਹੀ ਅਗਲਾ ਰੂਪ ਦੇਖਣ ਨੂੰ ਮਿਲਿਆ। ਕਿਵੇਂ ਵੇਖਦੇ ਹੋ ਇਸ ਸਭ ਨੂੰ? ਪਰਮਿੰਦਰ ਜੀ, ਬ੍ਰਿਟੇਨ 'ਚ ਅਗਲਾ ਰੂਪ ਜਿਹੜਾ ਮਿਲਿਆ ਸੀ, ਉਹ ਤੋਂ ਵੀ ਅਗਲਾ ਤੀਜਾ ਰੂਪ ਵੀ ਮਿਲ ਗਿਆ ਉੱਥੇ, ਜਿਹੜਾ ਕਿ ਦੱਖਣੀ ਅਫਰੀਕਾ ਤੋਂ ਓਰੀਜਨ ਹੋਇਆ ਆ। ਜਿਹੜਾ ਦੂਸਰਾ ਰੂਪ ਸੀਗਾ ਉਹ UK ਤੋਂ ਓਰੀਜਨ ਹੋਇਆ ਸੀਗਾ। ਹੁਣ ਉਹਨਾਂ ਨੇ ਤੀਜਾ ਰੂਪ ਜਿਹੜਾ ਦੱਖਣੀ ਅਫਰੀਕਾ ਤੋਂ ਲੱਭ ਮਾਰਿਆ। ਅੱਛਾ ਜੀ। ਉਸ ਇੰਗਲੈਂਡ ਨੂੰ ਤਾਂ ਸਾਰਿਆਂ ਦੇਸ਼ਾਂ ਨੇ ਹਵਾਈ ਸੰਪਰਕ ਰਾਹੀਂ ਕੱਟ ਆਫ ਕਰਤਾ, ਈਵਨ ਭਾਰਤ ਨੇ ਵੀ। ਇੰਗਲੈਂਡ ਨੇ ਹੁਣ ਦੱਖਣੀ ਅਫਰੀਕਾ ਦੇ ਨਾਲ ਹਵਾਈ ਸੰਪਰਕ ਬੰਦ ਕਰਤਾ ਵੀ ਉੱਥੋਂ ਜਿਹੜੇ ਆ ਰਹੇ ਬੰਦੇ ਉਹ ਤੀਜਾ ਰੂਪ ਲੈ ਕੇ ਆ ਰਹੇ ਆ। ਹਾਲਾਂਕਿ ਉਹਦਾ ਕਿੰਨਾ ਕੁ ਖਤਰਨਾਕ ਹੋ ਸਕਦਾ, ਕਿੰਨਾ ਨਹੀਂ ਹੋ ਸਕਦਾ, ਅਜੇ ਉਹਦੇ ਬਾਰੇ ਪੜ੍ਹਾਈ ਚੱਲ ਰਹੀ ਆ, ਅਧਿਐਨ ਚੱਲ ਰਿਹਾ, ਖੋਜ ਚੱਲ ਰਹੀ ਆ, ਪਰ ਉਹਨੂੰ ਨਾਂ ਜ਼ਰੂਰ ਦਿੱਤਾ ਗਿਆ VUI 2020-12-01। ਹੁਣ 01 ਦੀ ਜਦੋਂ ਗੱਲ ਕਰਦੇ ਆ ਆਪਾਂ, 12 ਦੀ ਗੱਲ ਕਰਦੇ ਆ ਤਾਂ ਮਤਲਬ 1 ਦਸੰਬਰ। ਇਹਦੇ 'ਚ ਇੰਗਲੈਂਡ ਸਰਕਾਰ ਦੀ ਲਾਪਰਵਾਹੀ ਸਾਹਮਣੇ ਆਈ ਆ। ਇਹ 1 ਦਸੰਬਰ ਦਾ ਮਾਮਲਾ ਆਇਆ ਹੋਇਆ, ਜਿਨ੍ਹਾਂ ਨੂੰ ਇਹਨਾਂ ਨੇ ਆ ਕੇ 20-22 ਦਿਨ ਇਹਦੇ ਨਿਗਾਹ ਦਿੱਤੇ। ਕਾਰਨ ਕੀ ਹੋਇਆ ਵੀ ਉਹ ਨਾਰਮਲ ਕਰੋਨੇ ਨੂੰ ਸਮਝਦੇ ਰਹੇ।
ਨਿਕਲਿਆ ਅਸਲ 'ਚ ਦੂਸਰਾ ਰੂਪ। ਉਹ ਇੰਨੇ ਦਿਨਾਂ ਦੇ ਵਿੱਚ ਜੋ ਲੰਘਣ ਕਰਕੇ ਤਾਂ ਹੀ ਉਹ ਇੰਨੇ ਵੱਡੇ ਪੱਧਰ ਤੇ ਫੈਲ ਗਿਆ। ਜੀ ਹੁਣ ਉੱਥੇ ਤੁਸੀਂ ਦੇਖੋ ਲੋਕਾਂ ਦੇ ਏਅਰਪੋਰਟਾਂ ਤੇ ਇੰਨਾ ਕੁ ਖੱਜਲ ਖੁਆਰੀ ਲੋਕਾਂ ਦੀ ਹੋ ਰਹੀ ਆ, ਕਿਸੇ ਪਾਸੇ ਜਾਣ ਆਉਣ ਨੂੰ ਹੈ ਨਹੀਂ ਰਸਤਾ, ਸਾਰੇ ਬੰਦ ਕੀਤੇ ਹੋਇਆ। ਮੈਂ ਬਾਰਡਰ ਦੀ ਗੱਲ ਕੀਤੀ ਆ, ਫਰਾਂਸ ਨੇ ਬੰਦ ਕੀਤਾ ਆ, ਉਹਨਾਂ ਨੂੰ ਵੀ ਹੁਣ ਥੋੜੇ ਚਿਰ ਲਈ ਖੋਲਿਆ ਸੀਗਾ ਬਈ ਤੁਸੀਂ ਆਪਦੇ ਕਰੋਨਾ ਟੈਸਟ ਕਰਕੇ ਤਾਂ ਅੰਦਰ ਲੰਘ ਸਕਦੇ ਆ। ਹੁਣ ਸਾਰਾ ਖਾਣ ਪੀਣ ਦਾ ਸਮਾਨ ਉਹਨਾਂ ਟਰੱਕਾਂ ਦੇ ਵਿੱਚ ਆ ਜਿਹੜਾ ਸੜਕੀ ਰਸਤੇ ਜਾਂਦਾ, ਇੰਗਲੈਂਡ ਨੂੰ ਵੀ ਜਾਂਦਾ, ਉਧਰੋਂ ਫਰਾਂਸ ਨੂੰ ਵੀ ਜਾਂਦਾ, ਦੋਹਾਂ ਦੇਸ਼ਾਂ ਦੇ ਆਦਾਨ ਪ੍ਰਦਾਨ ਹੁੰਦਾ ਆ। ਉਹ ਸਾਰਾ ਸਮਾਨ 3-4 ਦਿਨ ਤੋਂ ਉੱਥੇ ਫਸਿਆ ਪਿਆ ਤਾਂ ਫਰਾਂਸ ਨੇ 2 ਦਿਨ ਲਈ ਖੋਲ ਰਿਹਾ। ਖਤਰਨਾਕ ਗੱਲ ਇਹ ਆ ਕਿ ਜਿਹੜਾ ਦੂਸਰਾ ਰੂਪ ਸੀਗਾ ਉਹ ਵੀ ਕਹਿੰਦੇ 70% ਤੋਂ ਵੱਧ ਤੇਜ਼ੀ ਨਾਲ ਫੈਲਦਾ। ਜਿਹੜਾ ਤੀਜਾ ਰੂਪ ਆਇਆ ਨਵਾਂ ਸਾਊਥ ਅਫਰੀਕਾ ਵਾਲਾ, ਇਹ ਵੀ ਉਹਦੇ ਵਾਂਗ ਹੀ ਖਤਰਨਾਕ ਆ। ਇਹਦੇ ਬਾਰੇ ਸਟੱਡੀ ਚੱਲ ਰਹੀ ਆ, ਪਰ ਜੇ ਆਪਾਂ ਰਾਹਤ ਦੀ ਗੱਲ ਕਰੀਏ ਥੋੜੀ ਜੀ, ਤੇ ਭਾਰਤ ਵਿੱਚ ਵੀ ਜਿਹੜੀ ਐਵਰੇਜ ਆ ਉਹ 20-25 ਹਜ਼ਾਰ ਦੇ ਕਰੀਬ ਮਾਮਲਿਆਂ ਦੀ ਰਹਿ ਗਈ ਆ। ਉਸ ਦੇ ਨਾਲ ਮੌਤਾਂ ਦੀ ਗਿਣਤੀ ਦੀ ਜਿਹੜੀ ਗੱਲ ਆ ਉਹ ਵੀ 300-400 ਦੇ ਵਿੱਚ ਰਹਿ ਗਈ ਆ। ਦਿੱਲੀ ਇੱਕ ਵਾਰ ਫੇਰ ਦੂਜੀ ਲਹਿਰ ਆਪਾਂ ਨੂੰ ਦੇਖਣ ਨੂੰ ਮਿਲੀ ਸੀ, ਉਹ ਵੀ ਬਹੁਤ ਘਟ ਗਈ ਆ। ਰਾਹਤ ਦੇ ਨਾਲ ਇਹ ਨਹੀਂ ਹੈਗਾ ਵੀ ਆਪਾਂ ਲਾਪਰਵਾਹੀ ਵਰਤੀਏ, ਉਹ ਕਿਉਂਕਿ ਹਰ ਵਾਰ ਡਾਕਟਰ, ਸਾਇੰਟਿਸਟ, ਵਿਗਿਆਨੀ ਇਹ ਕਹਿੰਦੇ ਆ ਰਹੇ ਆ ਜਿੰਨੇ ਵੀ ਬਈ ਇਹਦੇ ਲਈ ਲਾਪਰਵਾਹੀ ਵਰਤਣੀ ਤਾਂ ਮੌਤ ਆ ਸਿੱਧੀ। ਜਿੰਨੀ ਇਹਦੀ ਪ੍ਰੀਕਾਸ਼ਨ ਵਰਤੀ ਜਾਵੇ ਉਹ ਆਉਂਦੇ ਸਮੇਂ ਦੇ ਵਿੱਚ ਵੀ ਸਾਨੂੰ ਉਹੀ ਵਰਤਣੀ ਪੈਣੀ ਆ। ਚਾਹੇ ਮਾਸਕ ਦਾ ਕਹਿ ਲਈਏ ਲੈਣਾ ਜ਼ਰੂਰੀ ਆ, ਸੈਨੀਟਾਈਜ਼ਰ ਦਾ, ਹੱਥ ਬਾਰ-ਬਾਰ ਧੋਣ ਦਾ। ਸੋ ਇਹ ਕਰੋਨਾ ਦੀ ਵੈਕਸੀਨ ਦੇ ਨਾਲ ਜਿਹੜਾ ਦੂਜਾ ਰੂਪ ਔਰ ਤੀਜਾ ਰੂਪ ਆ ਰਿਹਾ, ਇਹ ਕਿਸਮ ਨਾਲ ਪੂਰੇ ਦੁਨੀਆ ਦੇ ਵਿੱਚ ਹੜਕੰਪ ਕਹਿ ਲਈਏ ਜਾਂ ਹਾਹਾਕਾਰ ਮਚਾਉਣ ਵਾਲਾ ਹੈ ਜੀ। ਅਵਤਾਰ ਜੀ, ਸਮਾਂ ਸਾਡੇ ਕੋਲ ਬੜਾ ਥੋੜਾ ਜਿਹਾ, ਪਰ ਜਾਂਦੇ ਨਾ ਜਿਹੜੀਆਂ ਜੰਮੂ ਕਸ਼ਮੀਰ 'ਚ DDC ਚੋਣਾਂ ਹੋਈਆਂ ਨੇ ਨਾ, ਉਹਦੇ ਬਾਰੇ ਗੱਲ ਕਰਾਂਗੇ। ਨਤੀਜੇ ਉਹਨਾਂ ਦੇ ਐਲਾਨ ਦਿੱਤੇ ਗਏ ਨੇ ਤੇ ਕੌਣ ਜਿੱਤਿਆ ਤੇ ਕੌਣ ਪਿੱਛੇ ਰਿਹਾ, ਕੌਣ ਅੱਗੇ ਗਿਆ? ਦੇਖੋ ਜੀ, ਧਾਰਾ 370 ਜਦੋਂ ਕੇਂਦਰ ਨੇ ਖਤਮ ਕੀਤੀ ਸੀ ਜੰਮੂ ਕਸ਼ਮੀਰ 'ਚ, ਉਸ ਤੋਂ ਬਾਅਦ ਇਸ ਲੈਵਲ ਦੀ ਜਿਹੜੀ ਚੋਣ ਹੈ ਉਹ ਪਹਿਲੀ ਵਾਰ ਹੋਈ ਆ। ਹੁਣ ਇਹਨਾਂ ਨੂੰ ਤੇ ਇਹ ਲੱਗਦਾ ਕਿਉਂਕਿ ਜਿੱਤ ਦੇ ਦਾਅਵੇ ਉੱਥੇ ਦੋਨੋਂ ਕਰ ਰਹੀਆਂ ਧਿਰਾਂ, ਭਾਜਪਾ ਵੀ ਕਰ ਰਹੀ ਆ ਤੇ ਗੁਪਕਾਰ ਗੱਠਜੋੜ ਜਿਹੜਾ ਫਾਰੂਕ ਉਮਰ ਅਬਦੁੱਲਾ ਮਹਿਬੂਬਾ ਮੁਫਤੀ ਵਾਲਾ ਆ ਉਹ ਵੀ ਕਰ ਰਹੀ ਆ। ਪਰ ਦੋਨਾਂ ਦੇ ਵਿੱਚੋਂ ਬਹੁਮਤ ਤੇ ਕੋਈ ਨਹੀਂ ਪਹੁੰਚਿਆ। 280 ਸੀਟਾਂ ਦੀ ਇਹ ਲੜਾਈ ਸੀਗੀ, ਵੋਟਾਂ ਪਈਆਂ, ਉਹਦੇ ਵਿੱਚੋਂ 112-13 ਦੇ ਕਰੀਬ, 20 ਦੇ ਕਰੀਬ ਗੁਪਕਾਰ ਗੱਠਜੋੜ ਰਹਿ ਗਿਆ ਤੇ ਭਾਜਪਾ ਜਿਹੜੀ ਆ ਉਹ 75 ਦੇ ਕਰੀਬ ਲੈ ਕੇ ਗਈ ਆ। ਪਰ ਉਹਨੂੰ ਜ਼ਿਆਦਾ ਜਿਹੜੀ ਸੀਟਾਂ ਉਹ ਜੰਮੂ ਰੀਜਨ ਚੋਂ ਮਿਲੀਆਂ। ਜੰਮੂ ਦੇ ਵਿੱਚ ਉਹਦਾ ਪਹਿਲਾਂ ਵੀ ਆਧਾਰ ਹੈਗਾ ਆ, ਪਰ ਉਹਦੀ ਕੋਸ਼ਿਸ਼ ਸੀਗੀ ਮੈਂ ਸ਼੍ਰੀਨਗਰ ਵਾਦੀ 'ਚ ਜਿਹੜਾ ਜਿੱਥੇ ਕਿ ਅੱਤਵਾਦ ਦਾ ਪੂਰਾ ਜ਼ੋਰ ਆ, ਉੱਥੇ ਉਹਦਾ ਜਿਹੜਾ ਹੋਂਦ ਦਰਸਾਉਣੀ ਸੀਗੀ, ਦਰਸਾਉਣ ਦੇ ਵਿੱਚ ਉੱਥੇ ਉਹ ਵੀ ਭਾਜਪਾ ਕਾਮਯਾਬ ਰਹੀ ਆ, ਪਰ ਉੱਥੇ ਉਹਨੂੰ ਉਨੀ ਟੱਕਰ ਗੁਪਕਾਰ ਗੱਠਜੋੜ ਨੂੰ ਨਹੀਂ ਦੇ ਸਕੀ। ਸੋ ਦਾਅਵੇ ਦੋਨਾਂ ਧਿਰਾਂ ਦੇ ਵੱਲੋਂ ਹੋ ਰਹੇ ਆ। ਉਸ ਪਾਸੇ ਉਮਰ ਅਬਦੁੱਲਾ ਤੇ ਫਾਰੂਕ ਅਬਦੁੱਲਾ ਵੀ ਕਹਿ ਰਹੇ ਆ ਵੀ ਤੁਹਾਡੀ ਜਿਹੜੀ ਹੈ ਤੋੜਨ ਦੀ ਨੀਤੀ ਆ, ਵੱਖਵਾਦੀਕਰਨ ਦੀ ਨੀਤੀ ਜਿਹੜੀ ਉਹ ਨਾਕਾਮ ਰਹੀ ਆ, ਲੋਕਾਂ ਨੇ ਇਹਨੂੰ ਨਕਾਰ ਦਿੱਤਾ। ਉਧਰ ਭਾਜਪਾ ਕਹਿ ਰਹੀ ਆ ਵੀ ਜੰਮੂ ਦੇ ਵਿੱਚ ਸਾਡਾ ਤਾਂ ਸੀਗਾ ਹੀ ਹੋਂਦ, ਪਰ ਅਸੀਂ ਤੁਹਾਡੇ ਵਿੱਚ ਵੀ ਆ ਕੇ ਕੁਝ ਸੀਟਾਂ ਜਿੱਤੀਆਂ ਆ, ਇਸ ਕਰਕੇ ਸਾਨੂੰ ਇਹ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਨੂੰ ਲੋਕ ਉੱਥੇ ਪਸੰਦ ਕਰਦੇ ਆ। ਉਹਨਾਂ ਨੂੰ ਤਾਂ ਆਪਣਾ ਪ੍ਰਚਾਰ ਕਰਨਾ ਵੀ 370 ਜਿਹੜੀ ਅਸੀਂ ਖਤਮ ਕੀਤੀ ਸੀ ਉਹ ਸਹੀ ਕੀਤੀ ਸੀ, ਇਸ ਕਰਕੇ ਸਾਨੂੰ ਇਹਨਾਂ ਨੇ ਮੁੜ ਕੇ ਇੱਥੇ ਜਿਤਾ ਦਿੱਤਾ, ਸਾਡੀਆਂ ਸੀਟਾਂ ਮਿਲ ਗਈਆਂ। ਉਹ ਇਸੇ ਗੱਲ ਨੂੰ ਲੈ ਕੇ ਤਾਂ ਉਹ ਕਹਿ ਰਹੇ ਆ ਵੀ ਜਿੱਥੇ ਵੀ ਚੋਣਾਂ ਹੁੰਦੀਆਂ, ਜੇ ਅਸੀਂ ਨੀਤੀਆਂ ਖਰਾਬ ਬਣਾਈਏ ਚਾਹੇ ਕਿਸਾਨਾਂ ਲਈ ਚਾਹੇ ਕਿਸੇ ਹੋਰ ਲਈ, ਤਾਂ ਸਾਨੂੰ ਵੋਟਾਂ ਕਿਉਂ ਪੈਣ? ਸਰਕਾਰ ਦਾ ਕਹਿਣਾ ਇਹੀ ਹੈ ਨਾ ਵੀ ਦੇਖੋ ਅਸੀਂ ਉੱਥੋਂ ਵੀ ਜਿੱਤ ਕੇ ਆ ਗਏ, ਸਟੇਟਾਂ 'ਚੋਂ ਵੀ ਜਿੱਤ ਗਏ, ਨਗਰ ਨਿਗਮ ਤੇਲੰਗਾਨਾ ਹੈਦਰਾਬਾਦ ਤੋਂ ਵੀ ਜਿੱਤ ਗਏ। ਉਹ ਇਸੇ ਕਰਕੇ ਪ੍ਰਚਾਰ ਰਹੀ ਆ ਵੀ ਜੇ ਅਸੀਂ ਇਦਾਂ ਦੀਆਂ ਨੀਤੀਆਂ ਸਾਡੀਆਂ ਗਲਤ ਹੋਣ ਤਾਂ ਅਸੀਂ ਜਿੱਤਦੇ ਕਿਉਂ ਆ? ਕਾਰਨ ਇਹਦਾ ਜੋ ਮਰਜ਼ੀ ਹੋਵੇ ਉਹ ਵਾਧੀ ਗੱਲ ਆ, ਉਹ ਕਿਸੇ ਦਿਨ ਫੇਰ ਲੰਬਾ ਵਿਚਾਰ ਚਰਚਾ ਹੋਣ ਵਾਲੀ ਗੱਲ ਆ। ਪਰ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਜੰਮੂ ਕਸ਼ਮੀਰ 'ਚ DDC ਚੋਣਾਂ ਨੂੰ ਬਹੁਤ ਵਕਾਰ ਦੀ ਸਵਾਲ ਬਣਾ ਲਿਆ ਸੀ ਇਹਨਾਂ ਨੇ, ਵਕਾਰ ਦਾ, ਕਿਉਂਕਿ ਉੱਥੇ ਚੋਣਾਂ 70 ਤੋਂ ਬਾਅਦ ਹੋਈਆਂ ਸੀ। ਪਰ ਮਹਿਬੂਬਾ ਮੁਫਤੀ ਨੇ ਹੁਣ ਵੀ ਐਲਾਨ ਕੀਤਾ ਵੀ ਮੈਂ ਖੁਦ ਉਨਾ ਚਿਰ ਚੋਣ ਨਹੀਂ ਲੜਨੀ ਜਿੰਨਾ ਚਿਰ 370 ਬਹਾਲ ਨਹੀਂ ਹੁੰਦੀ ਆ। ਉਹ 370 ਨੂੰ ਲੈ ਕੇ ਹਜੇ ਵੀ ਰੌਲਾ ਉਦਾਂ ਦਾ ਹੀ ਆ। ਚੋਣਾਂ ਦਾ ਹੁਣ ਅਗਲੇ ਆਉਣੇ ਦਿਨਾਂ 'ਚ ਕੀ ਬਣਦਾ, ਕਿਵੇਂ ਹੁੰਦਾ, ਪਰ ਉੱਥੇ ਜਿਹੜੇ ਆਜ਼ਾਦ ਜਿੱਤੇ ਆ ਉਹਨਾਂ ਦੀਆਂ 49 ਸੀਟਾਂ ਆ, ਉਹ ਬੜੀ ਅਹਿਮ ਭੂਮਿਕਾ ਨਿਭਾਉਣਗੇ ਇਹਨਾਂ ਦੇ ਵਿੱਚ ਜਿਹੜੇ ਪ੍ਰਸ਼ਾਸਨ ਚਲਾਉਣ ਦੇ ਵਿੱਚ। ਅਵਤਾਰ ਜੀ, ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਕੋਈ ਜਿੱਤੇ ਜਾਂ ਕੋਈ ਹਾਰੇ, ਫਰਕ ਉੱਥੇ ਪੈਣਾ ਕਿ ਜ਼ਿੰਦਗੀ ਸੋਹਣੀ ਚੱਲਦੀ ਰਹਿਣੀ ਚਾਹੀਦੀ ਹੈ, ਸ਼ਾਂਤੀ ਰਵੇ, ਸੁੱਖ ਸੁਵਿਧਾਵਾਂ ਨਾਲ ਜ਼ਿੰਦਗੀ ਚੱਲੀ ਜਾਏ, ਬਸ ਹੋਰ ਕੋਈ ਨਹੀਂ ਚਾਹੁੰਦਾ ਬੰਦਾ। ਬਿਲਕੁਲ ਜੀ। ਤੇ ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਵਿਸ਼ੇ ਤਾਂ ਵੈਸੇ ਹੋਰ ਵੀ ਨੇ, ਪਰ ਸਮਾਂ ਇਸ ਵੇਲੇ ਇਜਾਜ਼ਤ ਨਹੀਂ ਦਿੰਦਾ। ਸਟੂਡੀਓ 'ਚ ਆਉਣ ਲਈ, ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਵਿਚਾਰ ਚਰਚਾ ਦੇ ਸਿਲਸਿਲੇ ਨਾਲ ਜੁੜਨ ਲਈ, ਤੇ ਅਗਲੀ ਵਾਰ ਫੇਰ ਤੋਂ ਮਿਲਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।